पातशाह जी की पावन बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो। वो चल रही लड़ीवार गुरबाणी विचारां नाल सांझ पाइए। विचारां आरंभण तो पहलां सतगुरु धन गुरु ग्रंथ साहिब जी कृपा करन अपना मेहर भरिया हथ सिर ते रखण। मालिक जी आप रसना उत्ते वरत के अपनी पावन बाणी अपने शब्द दी विचार सतगुरु जी आप करवा लैन और आप सरबत संगत बख्शो असीस। कोई रस्मा वांझी ना रहे। दोवे हथ जोड़ अपनियां मन बिरतियां एकागर करदियां लवाओ गुरु चरना विच हाज़री। अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावां पवित्र और मिल के आखो जी सतनाम श्री वाहे गुरु साहिब जी। वाहिगुरु साहिब जी। श्री राग बाणी भगत बेणी जियो की ਪਹਿਰਿਆ ਕੈ ਕਰ ਗਾਵਣਾ। ਇਕ ਓੰਕਾਰ ਸਤ ਗੁਰ ਪ੍ਰਸਾਦ ਫਿਰ ਪਛਤਾਵਹਿਗਾ ਮੂੜਿਆ। ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਹੇਗਾ। ਜਨ ਵਿਚਰੈ ਅਨਰਾਧਾ ਰਹਾਉ। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन शब्द भगत बेणी जी के मुखार बिन तो उचारण कीते हुए श्री राग दे अंदर गुरु ग्रंथ साहिब पातशाह जी दे पावन अंग 93 दे उपर सुभाईमान है। अज दे इन्हां पावन बचनां दे राहीं भगत जी ने इस इंसान नूं ਜਿਹੜਾ ਆਪਣੇ ਜੀਵਨ ਦੇ ਅੰਦਰ ਆਪਣੀਆਂ ਕਾਮਨਾਵਾਂ ਔਰ ਕਾਮ ਵਾਸ਼ਨਾ ਦੇ ਅਧੀਨ ਹੋ ਕਰਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਅਜਾਈਂ ਗਵਾ ਰਿਹਾ ਹੈ, ਅਜਾਈਂ ਰੂਪ ਵਿੱਚ ਵਿਅਰਥ व्यतीत कर रहा है। इनू सुचेत करदियां होया भगत जी ने अकाल पुरख परमेश्वर जी के चिंतन विच जुड़न वास्ते इनू प्रेरित किया। सब तो पहला जो सिरलेख भगत जी ने वरतिया श्री राग बाणी भगत बेणी जी की ये बाणी ये शब्द भगत बेणी जी का है और पैरियां कै घर गावना ये उत्ते ये सरलेख वरतिया गया।
ਦੋ ਸਿਰਲੇਖ ਜਿਹੜੇ ਨੇ ਇਸ ਤਰੀਕੇ ਦੇ ਸਤਿਗੁਰੂ ਜੀ ਬਾਣੀ ਵਿੱਚ ਵਰਤਦੇ, ਇੱਕ ਪਹਿਰਿਆਂ ਕਹਿ ਘਰ ਗਾਵਣਾ ਔਰ ਇੱਕ ਜਿਹੜਾ ਸ਼ਬਦ ਜਿਹੜਾ ਸਿਰਲੇਖ ਵਰਤਦੇ ਨੇ ਉਹਦੇ ਵਿੱਚ ਉਸ ਪਾਵਨ ਸ਼ਬਦ ਦਾ ਸਿਰਲੇਖ ਸਤਿਗੁਰੂ ਜੀ ਵਰਤਦੇ, ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਪੌਂਕੈ ਸਦਾ ਬਿਆਲ। ਇਹਨਾਂ ਸਿਰਲੇਖਾਂ ਨੂੰ ਵਰਤਣ ਦਾ ਜਿਹੜਾ ਕਾਰਨ ਹੈ, ਇਹਦੇ ਵਿੱਚ ਵਿਦਵਾਨ ਪੁਰਸ਼ ਇਹ ਮੰਨਦੇ ਨੇ ਵੀ ਸਤਿਗੁਰੂ ਜੀ ਇਹ ਸਿਰਲੇਖ ਵਰਤ ਕੇ ਸਾਨੂੰ ਹਦਾਇਤ ਕਰ ਰਹੇ ਵੀ ਜਿਸ ਘਰ ਦੇ ਵਿੱਚ ਇਹ ਪਾਵਨ ਸ਼ਬਦ, ਜਿਵੇਂ ਪਹਿਰੇ ਆਪਾਂ ਸਾਰਾ ਪਿੱਛੇ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਪਹਿਲੇ ਪਹਿਰੇ, ਦੂਜੇ ਪਹਿਰੇ, ਮਤਲਬ 4 ਪਹਿਰਾਂ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਸਾਰਾ ਸਮਾਂ ਸੀ ਉਹਨੂੰ ਸਤਿਗੁਰੂ ਜੀ ਨੇ ਸਾਡੇ ਸਨਮੁਖ ਰੱਖਿਆ। ਜਿਸ ਘਰ ਦੇ ਵਿੱਚ ਉਹ ਪਾਵਨ ਸ਼ਬਦ ਗਾਇਨ ਕੀਤਾ ਗਿਆ, ਜਿਵੇਂ ਐਜ਼ ਆ ਅਸੀਂ ਉਦਾਹਰਨ ਤੌਰ ਤੇ ਕਹਿ ਲਈਏ ਵੀ ਜਿਵੇਂ ਉੱਥੇ ਸਤਿਗੁਰੂ ਜੀ ਨੇ ਘਰ ਚੌਥਾ ਜਾਂ ਘਰ ਪੰਜਵਾਂ ਵਰਤ ਕੇ ਉਹਨੂੰ ਗਾਇਨ ਕਰਨ ਦੀ ਹਦਾਇਤ ਦਿੱਤੀ ਹੈ, ਉਸੇ ਤਰ੍ਹਾਂ ਇਹ ਪਾਵਨ ਸ਼ਬਦ ਜਿਹੜਾ ਉਸੇ ਘਰ ਦੇ ਵਿੱਚ ਹੀ ਗਾਉਣ ਦੀ ਹਦਾਇਤ ਹੈ ਜਿਸ ਘਰ ਦੇ ਵਿੱਚ ਪਹਿਰਿਆਂ ਵਾਲਾ ਪਾਵਨ ਸ਼ਬਦ ਗਾਇਆ ਗਿਆ ਹੈ। ਜੇ ਉਹ ਘਰ ਚੌਥਾ ਹੈ ਤੇ ਇੱਥੇ ਵੀ ਘਰ ਚੌਥਾ ਵਰਤਿਆ ਜਾਏਗਾ, ਜੇ ਉੱਥੇ ਘਰ ਛੇਵਾਂ ਹੈ ਤੇ ਇੱਥੇ ਵੀ ਘਰ ਛੇਵਾਂ ਹੀ ਵਰਤਿਆ ਜਾਏਗਾ। ਇਸ ਕਰਕੇ ਇਹ ਸਿਰਲੇਖ ਸਤਿਗੁਰੂ ਜੀ ਵਰਤ ਰਹੇ ਨੇ। ਹੁਣ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਵਿੱਚ ਜ਼ਿਕਰ ਕੀਤਾ, ਕਹਿੰਦੇ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ। ਹੁਣ ਮੂੜਿਆ ਤੋਂ ਭਾਵ ਮੂਰਖ, ਵੀ ਫਿਰ ਪਛਤਾਵੇਂਗਾ, ਮੂੜਿਆ ਉਹ ਮੂਰਖਾ ਤੂੰ ਫਿਰ ਪਛਤਾਏਂਗਾ। ਤੂੰ ਕਵਨ ਕੁਮਤ ਕਿਹੜੀ ਭੈੜੀ ਮੱਤ ਵਿੱਚ ਭ੍ਰਮ ਲਾਗਾ ਭਟਕਦਾ ਫਿਰਦਾ, ਜਾਂ ਕਿਹੜੀ ਭੈੜੀ ਮੱਤ ਦੇ ਵਿੱਚ ਭ੍ਰਮ ਕੇ ਤੂੰ ਲੱਗਾ ਹੋਇਆ ਹੈ, ਅੱਜ ਤੇ ਤੂੰ ਭਟਕ ਰਿਹਾ। ਅੱਜ ਤੇ ਭ੍ਰਮਣ ਦੇ ਵਿੱਚ ਬਤੀਤ ਆਪਣਾ ਸਮਾਂ ਜੀਵਨ ਕਰ ਰਿਹਾ। ਇਹਨੂੰ ਸੌਖੇ ਰੂਪ ਚ ਕਹਿ ਲਈਏ, ਅੱਜ ਇਨਸਾਨ ਭਰ ਜੋਬਨ ਵਿੱਚ ਹੈ। ਭਰ ਜੋਬਨ ਦੇ ਅੰਦਰ ਇਹ ਇਨਸਾਨ ਇੰਨੀ ਕੁ ਦੂਰ ਨਿਕਲ ਜਾਂਦਾ ਹੈ ਆਪਣੇ ਘਰ ਤੋਂ, ਜਦੋਂ ਮੁੜਦਿਆਂ ਤੇ ਬਜ਼ੁਰਗੀ ਵਾਲੇ ਪਾਸੇ ਆ ਜਾਂਦਾ ਨਾ, ਫਿਰ ਇਹਦੇ ਕੋਲ ਪਛਤਾਵਾ ਹੁੰਦਾ। ਪਛਤਾਵਾ ਇਸ ਗੱਲ ਦਾ ਹੈ ਵੀ ਮੈਂ ਇੰਨੀ ਦੂਰ ਆਇਆ ਹੀ ਕਿਉਂ, ਵੀ ਹੁਣ ਵਾਪਸ ਜਾਣਾ ਔਖਾ ਹੋ ਗਿਆ। ਕਿਉਂ? ਵੀ ਜਵਾਨੀ ਵੇਲੇ, ਜੋਬਨ ਵੇਲੇ ਤੇ ਪਤਾ ਹੀ ਨਹੀਂ ਲੱਗਾ, ਉਦੋਂ ਲੱਤਾਂ ਭਾਰ ਝੱਲਦੀਆਂ ਸੀ ਤੇ ਇਨਸਾਨ ਤੁਰਿਆ ਗਿਆ। ਉਦੋਂ ਪੈਰਾਂ ਦੇ ਵਿੱਚ, ਲੱਤਾਂ ਦੇ ਵਿੱਚ ਬਲ ਸੀ, ਇਨਸਾਨ ਤੁਰਿਆ ਗਿਆ। ਪਰ ਜਦੋਂ ਉਹ ਭਰ ਜੋਬਨ ਢਲਿਆ, ਉਹ ਜੋਬਨ ਢਲ ਕੇ ਬੁਢੇਪੇ ਵਾਲੇ ਪਾਸੇ ਆਇਆ, ਜਦੋਂ ਹੁਣ ਵਾਪਸ ਪਰਤਣਾ ਪਿਆ, ਹੁਣ ਪਛਤਾ ਰਿਹਾ ਵੀ ਮੈਂ ਇੰਨੀ ਦੂਰ ਆਇਆ ਹੀ ਕਿਉਂ, ਹੁਣ ਮੈਨੂੰ ਵਾਪਸ ਜਾਣਾ ਪੈਣਾ। ਹੁਣ ਜਦੋਂ ਵਾਪਸ ਜਾਣ ਬਾਰੇ ਸੋਚ ਰਿਹਾ ਹੈ, ਵਾਪਸ ਚੱਲਣ ਬਾਰੇ ਸੋਚ ਰਿਹਾ, ਮਨ ਵਿੱਚ ਪਛਤਾਵਾ ਲੈ ਕੇ ਬੈਠਾ। ਇਸ ਲਈ ਸਤਿਗੁਰੂ ਜੀ ਅੱਜ ਸਮਝਾਉਂਦੇ ਹਾਂ, ਕਹਿ ਰਹੇ, ਕਹਿੰਦੇ ਵੀ ਮਨੁੱਖਾ ਮੂੜਿਆ ਮੂਰਖਾ ਤੂੰ ਪਛਤਾਵੇਂਗਾ, ਕਿਉਂਕਿ ਅੱਜ ਤੇ ਤੂੰ ਆਪਣੀ ਭੈੜੀ ਮੱਤ ਕਰਕੇ ਕਈ ਤਰ੍ਹਾਂ ਦੇ ਕਰਮਾਂ ਦੇ ਵਿੱਚ ਭਟਕਦਾ ਫਿਰਦਾ। ਅੱਜ ਆਪਣੀ ਭੈੜੀ ਮੱਤ ਕਰਕੇ ਕਈ ਤਰ੍ਹਾਂ ਦੇ ਵਿਕਾਰਾਂ ਵਿੱਚ ਤੂੰ ਉਲਝਿਆ ਫਿਰਦਾ ਹੈ। ਪਰ ਜਿਸ ਦਿਨ ਤੇਰੇ ਹੱਥੋਂ ਸਮਾਂ ਗੁਜ਼ਰ ਗਿਆ, ਸਮਾਂ ਨਿਕਲ ਗਿਆ, ਉਸ ਦਿਨ ਸਿਵਾਏ ਪਛਤਾਵੇ ਤੋਂ ਤੇਰੇ ਕੋਲ ਕੁਝ ਨਹੀਂ ਹੋਣਾ। ਅੱਜ ਸਮਾਂ ਹੈ, ਤੂੰ ਸੁਚੇਤ ਨਹੀਂ ਹੈ। ਜਿਸ ਦਿਨ ਤੂੰ ਸੁਚੇਤ ਹੋਏਗਾ, ਉਸ ਦਿਨ ਤੇਰੇ ਕੋਲ ਸਮਾਂ ਨਹੀਂ ਹੋਣਾ, ਤੇ ਜਿਸ ਦਿਨ ਤੇਰੇ ਕੋਲ ਸਮਾਂ ਨਾ ਹੋਇਆ, ਉਹ ਦਿਨ ਤੇਰੇ ਕੋਲ ਪਛਤਾਵਾ ਹੋਣਾ। ਸੁਭਾਵਿਕ ਜੀ ਬਾਤ ਹੈ।
ਵੀ ਅੱਜ ਸਮਾਂ ਵੀ ਹੈ, ਊਰਜਾ ਵੀ ਹੈ, ਐਨਰਜੀ ਵੀ ਹੈ, ਹਰ ਚੀਜ਼ ਮੌਜੂਦ ਹੈ, ਪਰ ਅੱਜ ਸੁਚੇਤਤਾ ਨਹੀਂ ਹੈ, ਅੱਜ ਅਵੇਸਲਾਪਨ ਹੈ। ਕੱਲ ਨੂੰ ਸੁਚੇਤਤਾ ਹੋਏਗੀ, ਠੋਕਰ ਖਾ ਕੇ ਕਿਤੇ ਠੇਡਾ ਖਾ ਕੇ ਕਿਤੇ ਜਾਗ ਜਾਏਗਾ। ਜਦੋਂ ਸੁਚੇਤ ਹੋ ਗਿਆ, ਜਾਗ ਗਿਆ, ਫਿਰ ਇਹਨੇ ਸਮੇਂ ਵੱਲ ਵੇਖ, ਹੁਣ ਸਮਾਂ ਹੀ ਨਹੀਂ। ਜਦੋਂ ਸਮਾਂ ਨਾ ਹੋਇਆ, ਹੁਣ ਸਮੇਂ ਦੇ ਨਾਲ ਨਾਲ ਕੀ ਹੋਣਾ? ਅੱਜ ਜੋਬਨ ਹੈ, ਕੱਲ ਨੂੰ ਬੁਢੇਪਾ ਆਉਣਾ। ਅੱਜ ਸਮਾਂ ਹੈ, ਕੱਲ ਨੂੰ ਸਮਾਂ ਨਹੀਂ ਹੋਣਾ, ਕਿਉਂਕਿ ਮੌਤ ਸਿਰ ਤੇ ਹੈ। ਊਰਜਾ ਵੀ ਨਹੀਂ ਹੋਣੀ, ਸਮਾਂ ਵੀ ਨਹੀਂ ਹੋਣਾ। ਬਜ਼ੁਰਗੀ ਵਿੱਚ ਸੁਚੇਤਤਾ ਜ਼ਰੂਰ ਹੋਏਗੀ। ਹੁਣ ਉਹ ਸੁਚੇਤਤਾ ਕੀ ਕਰੇਗੀ? ਪਛਤਾਵਾ ਹੈ, ਸਿਵਾਏ ਪਛਤਾਵੇ ਤੋਂ ਕੁਛ ਹੋਰ। ਹੁਣ ਤੇ ਇਨਸਾਨ ਕੇਵਲ ਪਛਤਾ ਹੀ ਸਕਦਾ ਹੈ ਨਾ, ਹੁਣ ਪਛਤਾਵੇ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਜਦੋਂ ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ, ਹੁਣ ਪ੍ਰਾਣੀ ਕਰੇਗਾ ਕੀ? ਜਾਂ ਜਿਹਨੂੰ ਸਾਹਿਬ ਜੀ ਨੇ ਬਾਵਨ ਬਾਣੀ ਦੇ ਅੰਦਰ ਜ਼ਿਕਰ ਕਰਦੇ ਆਖਿਆ, ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਵਹੈ, ਜੇਬਾ ਬਚਨ ਸ਼ੁੱਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ। ਹੁਣ ਧਰਮ ਦੀ ਆਸ ਕੀਤੀ ਕੀ ਕਰੇਗੀ? ਹੁਣ ਤੇ ਸਿਵਾਏ ਪਛਤਾਵੇ ਤੋਂ ਕੁਝ ਨਹੀਂ ਹੈ ਨਾ। ਹੁਣ ਤੇ ਇਹ ਹੈ ਵੀ ਇਹ ਵੀ ਨਹੀਂ ਪਤਾ ਸ਼ਾਮ ਪੈਂਦੀ ਨੂੰ ਸਾਹ ਮੁੜਨਾ ਕਿ ਨਹੀਂ ਮੁੜਨਾ। ਉਹ ਤੇ ਅਸੀਂ ਭਰ ਜੋਬਨ ਵਿੱਚ ਵੀ ਇਸ ਗੱਲ ਦਾ ਦਾਅਵਾ ਕਰ ਸਕਦੇ ਹਾਂ, ਵਿਸ਼ਵਾਸ ਤਾਂ ਸਾਡਾ ਹੁਣ ਵੀ ਨਹੀਂ ਪਤਾ, ਪਰ ਬਜ਼ੁਰਗੀ ਵਿੱਚ ਆ ਕੇ ਜ਼ਿੰਦਗੀ ਦੀ ਆਸ ਨਹੀਂ ਲੱਗਦੀ। ਬਜ਼ੁਰਗੀ ਵਿੱਚ ਆ ਕੇ ਬੰਦਾ ਮੌਤ ਦੀ ਆਸ ਲਾ ਕੇ ਬਹਿੰਦਾ। ਜੋਬਨ ਦੇ ਵਿੱਚ ਇਨਸਾਨ ਜ਼ਿੰਦਗੀ ਦੀ ਆਸ ਲਾਉਂਦਾ ਹੈ, ਜਵਾਨੀ ਦੇ ਵਿੱਚ ਜੀਵਨ ਦੀ ਆਸ ਲਾਉਂਦਾ ਹੈ, ਬੁਢੇਪੇ ਵਿੱਚ ਮੌਤ ਦੀ ਆਸ ਲਾ ਕੇ ਬੈਠਾ ਹੈ ਵੀ ਮੇਰਾ ਕੀ ਪਤਾ ਮੈਂ ਕੱਲ ਤੱਕ ਉਦਾਂ ਹੀ ਨਹੀਂ ਰਹਿਣਾ ਹੋਵੇ। ਮਤਲਬ ਮੌਤ ਦੀ ਆਸ ਹੀ ਹੈ ਨਾ। ਤੇ ਸਾਹਿਬ ਕਹਿੰਦੇ ਫਿਰ ਪਛਤਾਵੇਂਗਾ ਮੂੜਿਆ। ਭਗਤ ਬੇਣੀ ਜੀ ਕਹਿੰਦੇ ਮੂਰਖਾ ਤੂੰ ਪਛਤਾਏਂਗਾ, ਕਿਉਂਕਿ ਤੇਰੇ ਪਛਤਾਉਣ ਦਾ ਕਾਰਨ ਸਭ ਤੋਂ ਵੱਡਾ ਇਹੋ ਹੈ ਕਿ ਤੂੰ ਕਵਨ ਕੁਮਤ ਭ੍ਰਮ ਲਾਗਾ। ਅੱਜ ਤੂੰ ਕਿਹੜੀ ਭੈੜੀ ਮੱਤ ਦੇ ਵਿੱਚ ਭਟਕਦਾ ਹੋਇਆ ਤੇ ਲੱਗਾ ਕਿੱਥੇ ਹੋਇਆ? ਬਸ ਇਸ ਗੱਲ ਵੱਲ ਧਿਆਨ ਦੇ। ਤੂੰ ਇਉਂ ਕਰ, ਚੇਤ ਰਾਮ, ਰੱਬ ਨੂੰ ਚੇਤੇ ਕਰ। ਨਹੀਂ ਕੀ ਹੋਏਗਾ? ਨਾ ਹੀ ਜਮਪੁਰ ਜਾਹੇਗਾ, ਨਹੀਂ ਤੇ ਜਮਾਂ ਦੀ ਫਾਹੀ ਵਿੱਚ ਪਏਗਾ ਹੀ ਪਏਗਾ। ਜਮਾਂ ਦੀ ਫਾਹੀ ਤੋਂ ਭਾਵ ਵੀ ਮੌਤ ਦੇ ਡਰ ਵਿੱਚੋਂ ਬਾਹਰ ਨਹੀਂ ਹੋ ਤੂੰ ਆਉਣਾ, ਉੱਥੇ ਹੀ ਫਸਿਆ ਰਹੇਗਾ। ਜਨ ਵਿਚਰੈ ਅਨੁਰਾਧਾ, ਅਨੁਰਾਧਾ ਕਹਿੰਦੇ ਜਿਹੜਾ ਸੇਵਕ ਹੈ ਨਾ ਰੱਬ ਜੀ ਕਾ, ਉਹ ਅਨੁਰਾਧਾ ਹੋ ਕੇ ਵਿਚਰਦਾ ਹੈ। ਅਨੁਰਾਧਾ ਕਹਿੰਦੇ ਨੇ ਅਮੋੜ, ਮਤਲਬ ਬੇਫਿਕਰ ਹੋ ਕੇ। ਇਹਨੂੰ ਸੰਸਾਰਕ ਤੌਰ ਤੇ ਸਮਝਣਾ ਹੋਵੇ, ਅਸੀਂ ਸੰਸਾਰਕ ਨਜ਼ਰੀਏ ਨਾਲ ਜਦੋਂ ਵੇਖਾਂਗੇ ਨਾ, ਇਨਸਾਨ ਕੋਲ ਆਰਥਿਕ ਹਾਲਤ ਬਹੁਤ ਚੰਗੀ ਹੈ, ਮਤਲਬ ਇਕਨੋਮਿਕਲੀ ਬੜਾ ਵਧੀਆ ਹੈ। ਜਦੋਂ ਆਰਥਿਕ ਹਾਲਤ ਚੰਗੀ ਹੋਵੇ ਨਾ, ਇਨਸਾਨ ਬੇਫਿਕਰ ਜਿਹਾ ਹੋ ਕੇ ਤੁਰਿਆ ਫਿਰਦਾ ਵੀ ਕਿਹੜੀ ਜ਼ਰੂਰਤ ਹੈ, ਲੋੜ ਹੈ ਜਿਹੜੀ ਮੈਂ ਨਹੀਂ ਪੂਰੀ ਕਰ ਸਕਦਾ, ਤੁਰਿਆ ਫਿਰ ਸੰਸਾਰਕ ਤੌਰ ਤੇ। ਇੱਕ ਪਰਸਨ ਤੇ ਉਹ ਹੈ। ਦੂਜਾ ਉਹ ਜਿਹਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ। ਹੁਣ ਉਹਨੂੰ ਚਿੰਤਾ ਇਹ ਬਣੀ ਰਹਿੰਦੀ ਵੀ ਜ਼ਰੂਰਤਾਂ ਤੇ ਬੜੀ ਦੂਰ ਦੀ ਗੱਲ ਹੈ, ਇੱਛਾਵਾਂ ਤੇ ਬੜੀ ਦੂਰ ਦੀ, ਇੱਥੇ ਤੇ ਰੋਟੀ ਦੇ ਲਾਲੇ ਪਏ ਵੀ ਮੈਂ ਤੇ ਭੋਜਨ ਛਕਣ ਜੋਗਾ ਵੀ ਨਹੀਂ। ਉਹ ਵਿਚਾਰਾ ਚਿੰਤਾ ਦੇ ਵਿੱਚ, ਇੱਕ ਬੇਫਿਕਰ ਹੋ ਕੇ ਤੁਰਿਆ ਫਿਰਦਾ, ਇੱਕ ਚਿੰਤਾ ਵਿੱਚ ਪਛਤਾਵੇ ਵਿੱਚ ਲੱਗਾ ਹੋਇਆ। ਕਾਰਨ ਵੀ ਜਿਹੜਾ ਤੇ ਬੇਫਿਕਰ ਹੋ ਕੇ ਲੱਗਾ, ਉਹ ਕਹਿੰਦਾ ਵੀ ਆਪਾਂ ਤੇ ਕੀਤੀ ਮਿਹਨਤ, ਆਪਾਂ ਤੇ ਕੀਤੀ ਮਸ਼ੱਕਤ, ਮਸ਼ੱਕਤ ਕਰਕੇ ਅੱਜ ਮੈਂ ਆਪਣੇ ਆਰਥਿਕ ਹਾਲਾਤ ਕਰ ਲਏ ਨੇ ਤਬਦੀਲ, ਬਦਲ ਲਏ ਨੇ, ਮੈਨੂੰ ਕੋਈ ਚਿੰਤਾ ਨਹੀਂ। ਤੇ ਇੱਕ ਕਹਿੰਦਾ ਵੀ ਨਾ ਆਪਾਂ ਸਮੇਂ ਦਾ ਲਾਭ ਖੱਟਿਆ,
ਨਾ ਆਪਾਂ ਵੇਲਾ ਵਿਚਾਰਿਆ, ਨਾ ਆਪਾਂ ਕਦੇ ਮਸ਼ੱਕਤ ਤੇ ਮਿਹਨਤ ਵੱਲ ਧਿਆਨ ਦਿੱਤਾ। ਅੱਜ ਉਹਦੇ ਕੋਲ ਪਛਤਾਵਾ ਹੈ। ਹੁਣ ਪਛਤਾਵਾ ਇਸ ਗੱਲ ਦਾ ਵੀ ਅੱਜ ਮੈਂ ਰੋਟੀ ਤੋਂ ਵੀ ਆਜ਼ਤ ਹੋਈ ਬੈਠਾ, ਪ੍ਰਸ਼ਾਦੇ ਭੋਜਨ ਤੋਂ ਵੀ ਆਜ਼ਤ ਹੋ ਕੇ ਬੈਠਾ ਆ। ਚੰਗਾ ਹੁੰਦਾ ਜਦੋਂ ਮੇਰੇ ਕੋਲ ਕਾਰ ਵਿਹਾਰ ਸੀ, ਜਾਂ ਮੈਂ ਕੰਮ ਕਰਨ ਜੋਗਾ ਸੀ, ਵਿਹਾਰ ਕਰਨ ਜੋਗਾ ਸੀ, ਉਦੋਂ ਮੈਂ ਕਰ ਲੈਂਦਾ। ਜਦੋਂ ਦਿਹਾੜੀ ਲਾਉਣ ਜੋਗਾ ਸੀ ਉਦੋਂ ਦਿਹਾੜੀ ਲਾ ਲੈਂਦਾ। ਜਦੋਂ ਮਿਹਨਤ ਕਰਨ ਜੋਗਾ ਸਾਂ ਉਦੋਂ ਮਿਹਨਤ ਕਰ ਲੈਂਦਾ। ਹੁਣ ਮਿਹਨਤ ਨਾ ਕੀਤੀ ਉੱਤੇ ਪਛਤਾਵਾ, ਕਿਉਂਕਿ ਆਰਥਿਕ ਹਾਲਾਤ ਚੰਗੇ ਨਹੀਂ, ਤੇ ਪਛਤਾਵਾ ਹੀ ਹੋਏਗਾ ਨਾ। ਬਸ ਇਸੇ ਤਰ੍ਹਾਂ ਹੀ ਸਾਹਿਬ ਕਹਿੰਦੇ ਵੀ ਹੁਣ ਤੇਰੇ ਕੋਲ ਵੇਲਾ ਹੈ, ਇਸ ਕਰਕੇ ਤੂੰ ਰੱਬ ਦੀ ਬੰਦਗੀ ਵਿੱਚ ਜੁੜ, ਕਿਉਂਕਿ ਜਿਸ ਦਿਨ ਵੇਲਾ ਹੱਥੋਂ ਗੁਜ਼ਰ ਗਿਆ ਉਸ ਦਿਨ ਤੇਰੇ ਕੋਲ ਪਛਤਾਵੇ ਤੋਂ ਬਿਨਾ ਕੁਝ ਨਹੀਂ। ਜਿਨ੍ਹਾਂ ਨੇ ਹੁਣ ਬੰਦਗੀ ਕੀਤੀ ਉਹ ਅਮੋੜ ਹੋ ਕੇ ਵਿਚਰੇ, ਬੇਫਿਕਰ ਹੋ ਕੇ ਵਿਚਰੇ, ਤੇ ਜਿਨ੍ਹਾਂ ਨੇ ਹੁਣ ਬੰਦਗੀ ਨਾ ਕੀਤੀ ਫਿਰ ਉਹ, ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਆਖਿਆ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇੜਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਸਮਾਂ ਸੀ ਸੰਭਾਲਿਆ ਨਹੀਂ, ਗੁਜ਼ਰ ਗਿਆ, ਹੁਣ ਕਹਿੰਦਾ ਵੀ ਇੱਕ ਵਾਰੀ ਦੁਬਾਰਾ ਆ ਜੇ। ਇਹੀ ਹੈ ਨਾ ਇਨਸਾਨੀ ਸੋਚ ਹੈ। ਅੱਜ ਹੈ ਸਮਾਂ, ਅੱਜ ਕਦਰ ਨਹੀਂ, ਇੰਪੋਰਟੈਂਸ ਦਾ ਨਹੀਂ ਪਤਾ ਕਿ ਸਮਾਂ ਕਿੰਨਾ ਕੁ ਇੰਪੋਰਟੈਂਟ ਹੈ ਮੇਰੇ ਲਈ, ਕਿੰਨਾ ਕੁ ਲਾਭਦਾਇਕ ਹੈ, ਨਹੀਂ ਪਤਾ। ਜਿਸ ਦਿਨ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਸਮਾਂ ਬਹੁਤ ਲਾਭਦਾਇਕ ਹੈ, ਉਸ ਦਿਨ ਕਹਿੰਦੇ ਵੀ ਇੱਕ ਵਾਰੀ ਪਰਤ ਕੇ ਜ਼ਿੰਦਗੀ ਮੈਨੂੰ ਹੋਰ ਮੌਕਾ ਦੇ ਦੇ। ਹੁਣ ਜ਼ਿੰਦਗੀ ਮੌਕਾ ਦੇਗੀ? ਇਨਸਾਨ ਦੌੜ ਰਿਹਾ, ਰੇਸ ਵਿੱਚ ਦੌੜਨ ਲੱਗਾ, ਉਹ ਤੇ ਜਦੋਂ ਰੇਸ ਸ਼ੁਰੂ ਹੋਣੀ ਹੈ, ਦੌੜ ਸ਼ੁਰੂ ਹੋਣੀ ਹੈ, ਉਦੋਂ ਮੌਕਾ ਹੈ। ਪਾਰਟਿਸਿਪੇਟ ਕਰ ਲਵੇ, ਉਹਦੇ ਵਿੱਚ ਭਾਗ ਹਿੱਸਾ ਲੈ ਲਵੇ ਤੇ ਭੱਜ ਲੇ। ਰੇਸ ਮੁੱਕ ਜਾਏ, ਖਤਮ ਹੋ ਗਈ ਦੌੜ, ਨਤੀਜੇ ਵੀ ਨਿਕਲੇ ਆਏ, ਪਹਿਲੇ ਦੂਜੇ ਦਰਜੇ ਦੇ, ਤੀਜੇ ਦਰਜੇ ਦੇ ਨਤੀਜੇ ਵੀ ਆ ਗਏ। ਉਦੋਂ ਬਾਅਦ ਵਿੱਚ ਉੱਥੇ ਜੱਜ ਕਰਨ ਵਾਲੇ ਜਿਹੜੇ ਜੱਜ ਖਲੋਤੇ ਨੇ, ਫੈਸਲਾ ਦੇਣ ਵਾਲੇ ਜਿਹੜੇ ਖੜੇ ਨੇ, ਉਹਨਾਂ ਨੂੰ ਜਾ ਕੇ ਆਖੇ ਜੀ ਮੈਨੂੰ ਮੌਕਾ ਦਿਓ। ਉਹ ਵੀ ਭਾਈ ਸੱਜਣਾ ਜਦੋਂ ਤੇਰੇ ਕੋਲ ਮੌਕਾ ਸੀ ਉਦੋਂ ਤੂੰ ਭੱਜਿਆ ਨਹੀਂ, ਇਹੀ ਜਵਾਬ ਮਿਲੇਗਾ ਨਾ। ਇਹੀ ਹਾਲਾਤ ਇਨਸਾਨ ਦੇ ਬਣੇ ਹੋਏ ਵੀ ਅੱਜ ਜ਼ਿੰਦਗੀ ਨੇ ਮੌਕਾ ਦਿੱਤਾ ਹੈ ਤੇ ਇਹ ਹੱਥ ਜੋੜ ਕੇ ਖੜਾ ਹੈ ਵੀ ਕੋਈ ਗੱਲ ਨਹੀਂ। ਜਿਸ ਦਿਨ ਨਤੀਜਾ ਆ ਜਾਂਦਾ ਹੈ ਵੀ ਚਲੋ ਭਾਈ ਚੱਲੀਏ, ਹੁਣ ਅਗਲਿਆਂ ਨੇ ਤੇ ਸਾਰਾ ਸਾਮਾਨ ਇਕੱਠਾ, ਕਿੱਥੇ ਇੱਕ ਸਾਰਾ ਮੇਲੇ ਵਾਂਗੂ ਉਹਨਾਂ ਪ੍ਰਬੰਧ ਕੀਤਾ ਵੀ ਇੱਥੇ ਅਸੀਂ ਭਾਈ ਕੰਪੀਟੀਸ਼ਨ ਕਰਵਾਉਣਾ ਹੈ, ਸਾਰਾ ਪ੍ਰਬੰਧ ਕਰਨਾ ਹੈ। ਉਹਨਾਂ ਪ੍ਰਬੰਧ ਕਰ ਲਿਆ, ਕੰਪੀਟੀਸ਼ਨ ਹੋ ਗਿਆ, ਇਹਨੇ ਹਿੱਸਾ ਲਿਆ ਕੋਈ ਨਾ। ਜਦੋਂ ਉਹ ਸਾਰਾ ਸਮਾਨ ਇਕੱਠਾ ਕਰਕੇ ਤੁਰਨ ਲੱਗੇ ਉਦੋਂ ਕਹਿੰਦਾ ਵੀ ਇੱਕ ਮੌਕਾ ਮੈਨੂੰ ਦਿਓ ਵੀ ਮੈਂ ਵੀ ਭੱਜਣਾ ਹੈ, ਮੈਂ ਦੌੜ ਕੇ ਵਿਖਾਉਣਾ। ਹੁਣ ਉਦੋਂ ਮੰਗਿਆ ਹੋਇਆ ਮੌਕਾ ਕੀ ਲਾਭ ਦੇਏਗਾ ਤੇ ਕੀ ਲਾਹਾ ਦੇਏਗਾ? ਉਹ ਤੇ ਇਹੀ ਹੈ ਵੀ ਹੁਣ ਸਾਮਾਨ ਇਕੱਠਾ ਕਰਨ ਦੀ ਵਾਰੀ ਆਈ ਤੇ ਇਨਸਾਨ ਮੌਕਾ ਪਿਆ ਭਾਲਦਾ। ਜਿਸ ਦਿਨ ਜ਼ਿੰਦਗੀ ਵਿੱਚੋਂ ਸਾਮਾਨ ਇਕੱਠਾ ਕਰਨ ਦੀ ਵਾਰੀ ਆਉਂਦੀ ਉਦਣ ਇਨਸਾਨ ਆਸ ਲਾ ਕੇ ਕਹਿੰਦਾ ਵੀ ਮੈਨੂੰ ਜ਼ਿੰਦਗੀ ਇੱਕ ਮੌਕਾ ਦੇਵੇ। ਹੁਣ ਕਾਹਦਾ ਮੌਕਾ? ਜਦੋਂ ਤੈਨੂੰ ਉਹਦੇ ਵਿੱਚ ਲਾਈਫ ਦੇ ਵਿੱਚ ਜ਼ਿੰਦਗੀ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਉਦੋਂ ਤੇ ਇਨਸਾਨ ਬੇਫਿਕਰ ਹੋ ਕੇ ਵੀ ਜ਼ਿੰਦਗੀ ਹੈ ਭਾਈ 4 ਦਿਨਾਂ ਦੀ ਹੈ, ਹੱਸ ਖੇਡ ਕੇ ਜਿਉ ਲਓ। ਆਪਾਂ ਇਹ ਨਹੀਂ ਕਹਿੰਦੇ ਕਿ ਜ਼ਿੰਦਗੀ ਨੂੰ ਹੱਸ ਖੇਡ ਕੇ ਜਿਉਣਾ ਨਹੀਂ ਹੈ, ਜਾਂ ਜੀਵਨ ਨੂੰ ਅਸੀਂ ਚੰਗੇ ਢੰਗ ਨਾਲ ਬਤੀਤ ਨਹੀਂ ਕਰਨਾ, ਇਹ ਪੱਖ ਨਹੀਂ ਹੈ। ਜੀਵਨ ਅਸੀਂ ਸੋਹਣਾ ਖੁਸ਼ਹਾਲ ਗੁਜ਼ਾਰਨਾ ਹੈ, ਪਰ ਉਹ ਜੀਵਨ ਇਸ ਢੰਗ ਨਾਲ ਗੁਜ਼ਾਰੀਏ ਕਿ ਕੱਲ ਨੂੰ ਜਦੋਂ ਜੀਵਨ ਦੀ ਰੌ ਮੁੱਕੇ, ਜੀਵਨ ਸਮਾਪਤੀ ਦੇ ਤਾਦਾਦ ਤੇ ਪਹੁੰਚੇ,
ਉਸ ਦਿਨ ਮੈਨੂੰ ਆਪਣੇ ਬਿਤਾਏ ਹੋਏ ਗੁਜ਼ਰੇ ਹੋਏ ਜੀਵਨ ਵੱਲ ਵੇਖ ਕੇ ਪਛਤਾਵਾ ਨਾ ਹੋਵੇ। ਉਸ ਦਿਨ ਮੈਨੂੰ ਆਪਣਿਆ ਗੁਜ਼ਰਿਆ ਜੀਵਨ ਵੇਖ ਕੇ ਫਕਰ ਮਹਿਸੂਸ ਹੋਵੇ, ਮਾਣ ਮਹਿਸੂਸ ਹੋਵੇ। ਮੈਨੂੰ ਝੋਰਾ ਨਾ ਲੱਗੇ, ਮੈਨੂੰ ਦੁੱਖ ਨਾ ਲੱਗੇ, ਮੈਨੂੰ ਚਿੰਤਾ ਨਾ ਲੱਗੇ, ਸਗੋਂ ਮੈਨੂੰ ਆਸ ਬੱਝੇ ਵੀ ਮੈਂ ਰੱਬ ਜੀ ਦੇ ਦਰ ਤੇ ਪ੍ਰਵਾਨਿਆ ਜਾਵਾਂਗਾ। ਬਾਤ ਇਹ ਸੀ। ਪਰ ਇਹ ਅਵੇਸਲਾ ਹੋ ਕੇ ਬੈਠਾ ਹੈ, ਇੰਨਾ ਕੁ ਅਵੇਸਲਾ ਹੋ ਕੇ ਬੈਠਾ ਵੀ ਜਿੱਦਣ ਸਮਾਂ ਗੁਜ਼ਰ ਜਾਂਦਾ ਹੈ, ਸਾਹਿਬ ਕਹਿੰਦੇ ਉਸ ਦਿਨ ਫਿਰ ਇਹ ਜਮਾਂ ਦੀ ਫਾਹੀ ਵਿੱਚ ਟੰਗਿਆ ਜਾਂਦਾ ਹੈ। ਜਿੱਦਣ ਜਮਾਂ ਦੇ ਫਾਹੇ ਵਿੱਚ ਟੰਗਿਆ ਗਿਆ, ਉਸ ਦਿਨ ਇਹ ਇਨਸਾਨ ਜਿਹੜਾ ਹੈ, ਇਹਨੂੰ ਫਿਰ ਚੇਤੇ ਆਉਂਦਾ ਵੀ ਰਾਮ ਰਾਮ ਕਰ ਲੈਣਾ ਚਾਹੀਦਾ ਸੀ। ਰੱਬ ਰੱਬ ਮੈਂ ਕਰ ਲੈਂਦਾ ਤੇ ਮੇਰਾ ਭਲਾ ਹੋ ਜਾਂਦਾ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ। ਮਿਰਤਕ ਪਿੰਡ ਪਦ ਮਦ ਨਾ ਅਹਨਸ, ਏਕ ਅਗਿਆਨ ਸੋ ਨਾਂਗਾ। ਸਾਹਿਬ ਕਹਿੰਦੇ ਰੇ ਨਰ, ਹੇ ਮਨੁੱਖਾ, ਗਰਭ ਕੁੰਡਲ ਜਬ ਆਸ਼ਤ, ਜਦੋਂ ਤੂੰ ਗਰਭ ਦੇ ਕੁੰਡਲ ਵਿੱਚ ਸੈਂ, ਗਰਭ ਦੇ ਘੇਰੇ ਵਿੱਚ ਸੀ, ਮਤਲਬ ਮਾਤਾ ਦੇ ਉਦਰ ਵਿੱਚ ਸੈਂ, ਉਦੋਂ ਉਰਦ ਸੀ ਵੀ ਉਲਟਾ, ਧਿਆਨ ਲਿਵ ਲੱਗਾ, ਤੇਰਾ ਧਿਆਨ ਵੀ ਜੁੜਿਆ ਹੋਇਆ ਸੀ, ਤੇਰੀ ਲਿਵ ਵੀ ਲੱਗੀ ਹੋਈ ਸੀ। ਮਿਰਤਕ ਪਿੰਡ ਪਦ ਮਦ ਨਾ ਅਹਨਿਸ, ਉਸ ਵਕਤ ਤੇਰਾ ਇਹ ਜਿਹੜਾ ਪਿੰਡ ਹੈ, ਪਿੰਡ ਮਤਲਬ ਸਰੀਰ, ਮਿਰਤਕ ਮਤਲਬ ਮਿੱਟੀ ਦਾ, ਇਹ ਜਿਹੜਾ ਮਿੱਟੀ ਦਾ ਪਿੰਡਾ ਤੇਰਾ, ਮਿੱਟੀ ਦਾ ਜਿਹੜਾ ਇੱਕ ਪਿੰਨਾ ਕਹਿ ਲੋ ਸਰੀਰ, ਉਸ ਵਕਤ ਤੈਨੂੰ ਇਸ ਸਰੀਰ ਦਾ ਮਦ ਵੀ ਨਹੀਂ ਸੀ, ਮਾਣ ਵੀ ਨਹੀਂ ਸੀ, ਨਸ਼ਾ ਵੀ ਨਹੀਂ ਸੀ। ਏਕ ਅਗਿਆਨ ਸੋ ਨਾਂਗਾ, ਉਸ ਵਕਤ ਤੇ ਨਾ ਹੋਣ ਦਾ ਅਭਾਵ, ਮਤਲਬ ਸਿਵਾਏ ਇੱਕ ਹਰੀ ਤੋਂ, ਇੱਕ ਪਰਮੇਸ਼ਵਰ ਤੋਂ ਤੈਨੂੰ ਤੇ ਕੁਝ ਵੀ ਨਹੀਂ ਸੀ ਪਤਾ। ਉਦੋਂ ਤੇ ਅਗਿਆਨਤਾ ਵਾਲੇ ਪਾਸੇ ਤੋਂ ਕੀ ਸੀ? ਅਭਾਵ। ਅਗਿਆਨਤਾ ਤੇ ਹੈ ਹੀ ਨਹੀਂ ਸੀ, ਉਦੋਂ ਤੇ ਗਿਆਨ ਵਿੱਚ ਸੀ, ਸੋਝੀ ਵਿੱਚ ਸੀ, ਸੁਚੇਤ ਸੀ। ਸਾਹਿਬ ਜੀ ਭਗਤ ਬੇਣੀ ਜੀ ਕਹਿ ਰਹੇ ਵੀ ਜਿਸ ਦਿਨ ਮਾਤਾ ਦੇ ਗਰਭ ਵਿੱਚ ਸੈਂ, ਉਸ ਦਿਨ ਤੂੰ ਉਲਟਾ ਸੀ, ਪਰ ਤੇਰਾ ਧਿਆਨ ਜੁੜਿਆ ਹੋਇਆ ਸੀ। ਉਸ ਵਕਤ ਤੇਰੇ ਕੋਲ ਅਗਿਆਨਤਾ ਨਹੀਂ ਸੀ, ਤੇਰੇ ਕੋਲ ਗਿਆਨ ਸੀ। ਔਰ ਉਸ ਵਕਤ ਤੈਨੂੰ ਆਪਣੇ ਇਸ ਮਿੱਟੀ ਦੇ ਪਿੰਡੇ ਦਾ ਮਾਣ ਨਹੀਂ ਸੀ। ਉਦਣ ਤੂੰ ਮਾਣ ਤੋਂ ਪਰੇ ਸੈਂ। ਉਦਣ ਤੈਨੂੰ ਪਤਾ ਸੀ ਵੀ ਇਹ ਮਿੱਟੀ ਦਾ ਪਿੰਡਾ ਮਿੱਟੀ ਹੈ, ਨਾਸ਼ਵੰਤ ਹੈ, ਖਤਮ ਹੋਣ ਵਾਲਾ ਹੈ। ਉਦਣ ਤੈਨੂੰ ਗਿਆਨ ਸੀ, ਉਦਣ ਅਗਿਆਨਤਾ ਨਹੀਂ ਸੀ। ਹੁਣ ਇੱਥੇ ਸਾਹਿਬ ਜੀ ਨੇ, ਭਗਤ ਜੀ ਨੇ ਉਹ ਭਾਵ ਪ੍ਰਗਟਾਇਆ ਜਿਹੜਾ ਭਾਵ ਇਹਦੇ ਜਨਮ ਤੋਂ ਪਹਿਲਾਂ ਦਾ ਹੈ, ਜਿਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਤੇ ਸਵਾਲ ਕੀ ਕੀਤਾ? ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਵੀ ਤੂੰ ਅੱਜ ਫੁੱਲਿਆ ਹੋਇਆ ਕਿਉਂ ਫਿਰਦਾ ਹੈ? ਸਾਹਿਬ ਬੜਾ ਸੋਹਣਾ ਲਫ਼ਜ਼ ਵਰਤ ਰਹੇ, ਕਹਿੰਦੇ ਉਦੋਂ ਤੇ ਤੈਨੂੰ ਕੋਈ ਨਸ਼ਾ ਨਹੀਂ ਸੀ ਇਸ ਸਰੀਰ ਦਾ, ਅੱਜ ਤੇ ਤੈਨੂੰ ਆਪਣੀ ਦੇਹੀ ਦਾ ਨਸ਼ਾ ਹੈ। ਇਸ ਮਿੱਟੀ ਦੇ ਭਾਂਡੇ ਦਾ ਅੱਜ ਤੈਨੂੰ ਮਦ ਹੈ, ਅੱਜ ਮਾਣ ਹੈ। ਜਦੋਂ ਤੂੰ ਗਰਭ ਦੇ ਵਿੱਚ ਸੈਂ, ਉਲਟਾ ਸੈਂ, ਉਦੋਂ ਤੈਨੂੰ ਕੋਈ ਮਾਣ ਨਹੀਂ ਸੀ। ਫਿਰ ਇਹ ਦੱਸ ਵੀ ਅੱਜ ਸਮਾਜ ਵਿੱਚ ਆ ਕੇ ਕਾਹੇ ਭਈਆ
फिर तो फूलिया फूलिया, अज क्यों फिरदा फुलिया होया। जे आपां संसारक तौर ते भी जदों किते वेखीए ना भी इंसान हंकारिया गया, ਉਹਦੇ ਕੋਲ 4 ਟਕੇ ਆ ਗਏ ਤੇ ਉਹ ਮਾਣ ਵਿੱਚ ਗਰਭ ਵਿੱਚ ਫੁੱਲ ਗਿਆ, ਤੇ ਉਹਨੂੰ ਪਤਾ ਕੀ ਕਹਿੰਦਾ, ਉਹ ਵੀ ਅੱਜ ਦਾ ਦਿਨ ਨਹੀਂ, ਉਹ ਦਿਨ ਚੇਤੇ ਕਰ ਜਿੱਦਣ ਸਾਡੇ ਕੋਲੋਂ ਮੰਗ ਕੇ ਖਾਂਦਾ ਸੀ। ਵੀ ਅੱਜ ਜੇ ਤੇਰੇ ਕੋਲ 4 ਟਕੇ ਆ ਗਏ ਤੇ ਤੇਰੇ ਤੁਰਨ ਦਾ ਤਰੀਕਾ ਬਦਲ ਗਿਆ, ਤੂੰ ਉਹ ਦਿਨ ਚੇਤਾ ਕਰ ਜਿੱਦਣ ਹੱਥ ਵਿੱਚ ਠੂਠਾ ਫੜ ਕੇ ਲੋਕਾਂ ਕੋਲੋਂ ਆਟਾ ਵੀ ਮੰਗਣ ਜਾਂਦਾ ਸੈਂ, ਤੇ ਅੱਜ ਤੂੰ ਫੁੱਲਿਆ ਹੋਇਆ ਫਿਰਦਾ। ਮਤਲਬ ਅਸੀਂ ਉਹਦਾ ਪਿਛੋਕੜ ਉਹਨੂੰ ਚੇਤੇ ਕਰਾਇਆ ਵੀ ਆਪਣਾ ਪਿਛੋਕੜ ਕਿਉਂ ਭੁੱਲੀ ਜਾਂਦਾ, ਵੀ ਚੇਤੇ ਕਰ, ਤੂੰ ਤੇ ਠੂਠਾ ਫੜ ਕੇ ਮੰਗਦਾ ਫਿਰਦਾ ਸੈਂ। ਤੂੰ ਤੇ ਲੋਕਾਂ ਅੱਗੇ ਝੋਲੀਆਂ ਅੱਡ ਕੇ ਭੋਜਨ ਲਈ ਪ੍ਰਸ਼ਾਦੇ ਲਈ ਵੀ ਆਜਤ ਸੈਂ ਵੀ ਮੈਨੂੰ 2 ਵਕਤ ਦੀ ਰੋਟੀ ਹੋਈ ਦੇ ਦਿਓ, ਭੋਜਨ ਦੇ ਦਿਓ। ਉਹ ਦਿਨ ਕਿੱਦਾਂ ਭੁੱਲ ਗਿਆ ਤੂੰ? ਅੱਜ ਜੇ ਤੇਰੇ ਕੋਲ 4 ਟਕੇ ਨੇ ਤੇ ਆਪਣਾ ਪੁਰਾਣਾ ਵੇਲਾ ਭੁੱਲਣਾ, ਵਕਤ ਭੁੱਲਣਾ, ਅੱਜ 4 ਟਕਿਆਂ ਨੂੰ ਸੰਭਾਲ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਬ 10 ਮਾਸ ਉਰਦ ਮੁਖ ਰਹਿਤਾ, ਵੀ ਭਾਈ ਜਦੋਂ ਤੇ ਤੂੰ ਉਲਟਾ ਸੈਂ ਉਦੋਂ ਤੇ ਤੂੰ ਰੋਜ਼ ਅਰਜ਼ੋਈਆਂ ਕਰਦਾ ਸੀ ਵੀ ਰੱਬਾ ਰੱਖ ਲਾ। ਜੇ ਅੱਜ ਰੱਖ ਲਿਆ, ਅੱਜ ਤੂੰ ਭੁੱਲਿਆ ਫਿਰਦਾ। ਜਦੋਂ ਭੁੱਖਾ ਸੀ ਉਦੋਂ ਮੰਗਦਾ ਸੀ, ਅੱਜ ਹੱਥ 'ਚ 4 ਟਕੇ ਆ ਗਏ, ਅੱਜ ਬੰਦੇ ਨੂੰ ਬੰਦਾ ਨਹੀਂ ਸਮਝਦਾ। ਇਹੀ ਹਾਲਾਤ ਬਣੇ ਨਾ ਵੀ ਜਦੋਂ ਤੇ ਉਸ ਵਕਤ ਇਹ ਕਹਿ ਸਕਦੇ ਆ ਵੀ ਮੁਸ਼ਕਿਲ ਵਿੱਚ ਫਸਿਆ ਸੀ ਤੇ ਰੱਬ ਰੱਬ ਕਰਦਾ ਰਿਹਾ। ਹੁਣ ਜਦੋਂ ਰੱਬ ਜੀ ਨੇ ਵੇਖਿਆ ਵੀ ਇਹ ਸੰਸਾਰ ਤੇ ਆ ਗਿਆ ਤੇ ਅੱਜ ਰੱਬ ਚੇਤੇ ਕੋਈ ਨਹੀਂ, ਤੇ ਰੱਬ ਜੀ ਕਹਿੰਦੇ ਵੀ ਦੱਸ ਹੁਣ ਜਬ 10 ਮਾਸ, ਜਦੋਂ 10 ਮਹੀਨੇ ਉਰਦ ਮੁਖ ਰਹਿਤਾ, ਤੈਨੂੰ ਕਿਵੇਂ ਭੁੱਲ ਗਿਆ ਭਾਈ ਉਹ ਦਿਨ? ਉਦੋਂ ਵੀ ਮੇਰੇ ਕੋਲ ਹੀ ਅਰਜ਼ੋਈਆਂ ਕਰਦਾ ਸੈਂ। ਰੇ ਨਰ ਗਰਭ ਕੁੰਡਲ ਜਬ ਆਸ਼ਿਤ, ਉਦੋਂ ਉਰਦ ਧਿਆਨ ਲਿਵ ਲਾਗਾ, ਉਦੋਂ ਸੁਰਤ ਜੋੜ ਕੇ ਬੈਠਾ ਸੈਂ। ਤੇ ਮਿਰਤਕ ਪਿੰਡ ਮਾਦਨਾ ਅਹਨਿਸ ਏਕ ਅੰਗੇ ਅਗਿਆਨ ਸੋ ਨਾਂਗਾ, ਉਦਣ ਨਾ ਮਿਰਤਕ ਪਿੰਡ ਦਾ ਕੋਈ ਮਾਣ ਸੀ, ਨਾ ਹੰਕਾਰ ਸੀ, ਨਾ ਗੁਮਾਨ ਸੀ, ਨਾ ਇਸ ਦੇਹੀ ਵੱਲ, ਨਾ ਅੱਖਾਂ ਵੱਲ, ਨਾ ਚਿਹਰੇ ਵੱਲ। ਅੱਜ ਤੈਨੂੰ ਚੇਤਾ ਆਉਂਦਾ ਵੀ ਰੱਬ ਨੇ ਤੇ ਮੈਨੂੰ ਸੁੰਦਰਤਾ ਬੜੀ ਦਿੱਤੀ। ਜੇ ਅੱਜ ਵੀ ਆਪਣੀ ਸੁੰਦਰਤਾ ਵੇਖ ਕੇ ਰੱਬ ਨੂੰ ਚੇਤੇ ਕਰ ਲਏ, ਹੋ ਸਕਦਾ ਬਖਸ਼ਿਆ ਜਾਏ। ਪਰ ਅੱਜ ਸੁੰਦਰਤਾ ਦਿਸਦੀ ਹੈ, ਰੱਬ ਨਹੀਂ ਦਿਸਦਾ। ਅੱਜ ਸੁੰਦਰਤਾ ਨਜ਼ਰ ਆਉਂਦੀ ਹੈ, ਪਰਮੇਸ਼ਵਰ ਦੀ ਯਾਦ ਨਹੀਂ ਆਉਂਦੀ। ਇਸੇ ਕਰਕੇ ਤੇ ਬਾਪੂ ਜੀ ਨੂੰ ਬਾਰ-ਬਾਰ ਕਹਿਣਾ ਪਿਆ ਨਾ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਗੁਰੂ ਅਰਜਨ ਸਾਹਿਬ ਨੂੰ ਕਹਿਣਾ ਪਿਆ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਕਿਵੇਂ ਭੁੱਲ ਗਿਆ ਭਾਈ ਸਮਾਂ ਤੈਨੂੰ? ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹ ਤੋ ਨਾਨਕ ਸੀਜੈ, ਰਮਈਆ ਕੇ ਗੁਣ ਚੇਤ ਭਰਾਨੀ। ਕਿਵੇਂ ਭੁੱਲ ਗਿਆ ਤੂੰ? ਅੱਜ ਤੈਨੂੰ ਇਹਦਾ ਮਾਣ ਹੈ, ਇਸ ਦੇਹੀ ਦਾ। ਅੱਜ ਇਹਦੇ ਗੁਮਾਨ ਵਿੱਚ ਤੁਰਿਆ ਫਿਰਦਾ। ਫਿਰ ਇਹਦੇ ਗੁਮਾਨ ਨੂੰ ਚੇਤੇ ਕਰਵਾਉਂਦੇ ਆ। ਭਗਤ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਤੂੰ ਆਪਣੀ ਦੇਹੀ ਦਾ ਮਾਣ ਨਾ ਕਰ, ਗੁਮਾਨ ਨਾ ਕਰ। ਇੱਥੇ ਉਹ ਵੀ ਵੇਖੇ ਨੇ, ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੇ ਘਾਸ। ਬੜੇ ਵੱਡੇ ਵੱਡੇ ਕਿਲੇ ਡਿੱਗੇ ਸੱਜਣਾ, ਉਹਨਾਂ ਤੇ ਵੀ ਘਾਹ ਹੀ ਜੰਮਿਆ, ਤੇ ਤੂੰ ਐਵੇਂ ਆਪਣੇ ਵੱਲ ਵੇਖ ਕੇ ਮਾਣ ਨਾ ਕਰਦਾ ਰਹੋ। ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਂਗੇ ਜਿਉ ਕਾਂਚੁਰੀ ਭੁਯੰਗ।
ਜਿਵੇਂ ਸੱਪ ਆਪਣੀ ਕੁੰਜ ਲਾ ਕੇ ਚਲਾ ਜਾਂਦਾ ਹੈ ਨਾ ਸੱਜਣਾ, ਉਹੀ ਹਾਲਾਤ ਰਹਿ ਜਾਣੇ। ਮਨ ਕਾਹਦਾ? ਜਦੋਂ ਤੇ ਸੁਰਤ ਜੁੜੀ ਸੀ, ਕੋਲੇ ਗਿਆਨ ਸੀ, ਉਦੋਂ ਮਾਣ ਨਹੀਂ ਸੀ, ਹੰਕਾਰ ਨਹੀਂ ਸੀ, ਨਸ਼ੇ ਵਿੱਚ ਗਲਤਾਨ ਨਹੀਂ ਸੀ। ਅੱਜ ਨਸ਼ੇ ਵਿੱਚ ਗਲਤਾਨ ਹੈ, ਅੱਜ ਕੋਲੇ ਗਿਆਨ ਨਹੀਂ ਹੈ, ਅੱਜ ਕੋਲੇ ਧਿਆਨ ਨਹੀਂ ਹੈ। ਜਾਂ ਇਉਂ ਕਹਿ ਲਓ, ਅੱਜ ਕੋਲੇ ਗਿਆਨ ਤੇ ਅੱਜ ਕੋਲੇ ਧਿਆਨ ਨਾ ਹੋਣ ਦਾ ਨਤੀਜਾ ਹੈ ਇਨਸਾਨ ਨਸ਼ੇ 'ਚ ਮਸਤ ਹੈ। ਕਾਹਦੇ? ਮਾਇਆ ਦੇ, ਦੇਹੀ ਦੇ, ਵਿਕਾਰਾਂ ਦੇ। ਇਹਨਾਂ ਨਾਲ ਜ਼ਰੂਰੀ ਨਹੀਂ ਹੈ ਵੀ ਕੇਵਲ ਬਾਹਰੀ ਤੌਰ ਉੱਤੇ ਜਿਹੜੇ ਨਸ਼ੇ ਵਿੱਚ ਗਲਤਾਨ, ਨਹੀਂ, ਉਹਦੇ ਨਾਲੋਂ ਵੱਧ ਨਸ਼ਾ ਉਹ ਮਦ ਜਿਹੜਾ ਹੈ ਉਹ ਜ਼ਿਆਦਾ ਖੌਫਨਾਕ ਹੈ ਜਿਸ ਮਦ ਵਿੱਚ ਆ ਕੇ, ਜਿਸ ਨਸ਼ੇ ਵਿੱਚ ਆ ਕੇ ਇਨਸਾਨ ਆਪਣੀ ਹੋਂਦ ਹੀ ਭੁੱਲ ਜਾਂਦਾ ਹੈ। ਔਰ ਬਹੁਤਾਤ ਸਮਾਜ ਉਸੇ ਨਸ਼ੇ ਵਿੱਚ ਗਲਤਾਨ ਹੈ ਜਿੱਥੇ ਆ ਕੇ ਇਨਸਾਨ ਗਫਲਤ ਦੇ ਨੀਂਦ ਵਿੱਚ ਸੌਂ ਜਾਂਦਾ ਹੈ, ਗਫਲ ਹੋ ਕੇ, ਅਵੇਸਲਾ ਹੋ ਕੇ। ਵੇਖੋ, ਇੱਕ ਹੁੰਦਾ ਹੈ ਕਮਜ਼ੋਰ, ਹੌਲੀ ਹੌਲੀ ਕਾਰ ਵਿਹਾਰ ਕਰਨ ਵਾਲਾ। ਇੱਕ ਉਹ ਹੈ ਜਿਹੜਾ ਅਵੇਸਲਾ ਹੈ, ਜਿਹੜਾ ਤੇ ਕਿਰਤ ਹੌਲੀ ਹੌਲੀ ਕਰਨ ਵਾਲਾ ਹੈ। ਉਹਦੇ ਤੋਂ ਆਸ ਹੈ ਵੀ ਇੱਕ ਦਿਨ ਕਾਮਯਾਬ ਹੋ ਜਾਣਾ ਇਹਨੇ, ਭਾਵੇਂ ਕਰ ਰਿਹਾ ਹੌਲੀ ਹੌਲੀ ਕਰ ਰਿਹਾ, ਕਾਮਯਾਬ ਹੋ ਜਾਏਗਾ। ਤੇ ਜਿਹੜਾ ਅਵੇਸਲਾ ਹੈ, ਜਿਹਨੂੰ ਅਸੀਂ ਲਾਪਰਵਾਹ ਕਹਿੰਦੇ, ਉਹ ਕਿਹੜੇ ਨਤੀਜੇ ਤੇ ਪਹੁੰਚੇਗਾ? ਪਤਾ ਸਭ ਕੁਝ ਹੈ ਪਰ ਲਾਪਰਵਾਹ ਹੈ, ਪਤਾ ਹੈ ਪਰ ਅਵੇਸਲਾ ਹੋ ਕੇ ਬੈਠਾ। ਇੱਕ ਪਾਸੇ ਪਤਾ ਵੀ ਹੈ ਪਰ ਹੌਲੀ ਹੌਲੀ ਲੱਗਾ ਹੋਇਆ, ਹੌਲੀ ਹੌਲੀ ਜਿਹੜਾ ਲੱਗਾ ਉਹਦੇ ਤੇ ਆਸ ਹੈ ਵੀ ਇਹਨੇ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਣਾ ਹੈ। ਅਵੇਸਲੇ ਤੋਂ ਕੀ ਆਸ ਕਰਾਂਗੇ? ਲਾਪਰਵਾਹ ਤੋਂ ਕੀ ਆਸ ਕਰਾਂਗੇ? ਤੇ ਇਨਸਾਨ ਲਾਪਰਵਾਹ ਹੋ ਕੇ ਬੈਠਾ। ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਜੀਵਨ ਦੇ ਵਿੱਚ ਮੈਂ ਕਰਨ ਕੀ ਆਇਆ? ਕਿਹੜੇ ਇਨਸਾਨ ਨੂੰ ਨਹੀਂ ਪਤਾ? ਹਰ ਬੰਦਾ ਇਸ ਗੱਲ ਤੋਂ ਜਾਣੂ ਹੈ, ਸੂਝਵਾਨ ਹੈ, ਚਾਹੇ ਕੋਈ ਰੱਬ ਨੂੰ ਮੰਨਦਾ ਹੈ, ਚਾਹੇ ਨਹੀਂ ਮੰਨਦਾ, ਚਾਹੇ ਕੋਈ ਆਸਤਕ ਹੈ ਤੇ ਭਾਵੇਂ ਕੋਈ ਨਾਸਤਕ ਹੈ। ਨਾਸਤਕ ਬੰਦਾ ਵੀ ਜਾਣਦਾ ਵੀ ਮੈਂ ਦੁਨੀਆ ਤੇ ਕਰਨ ਕੀ ਆਇਆ, ਪਰ ਅਵੇਸਲਾ ਹੋ ਕੇ ਬੈਠਾ, ਲਾਪਰਵਾਹ ਹੋ ਕੇ ਬੈਠਾ ਹੈ। ਤੇ ਲਾਪਰਵਾਹੀ ਦਾ ਨਤੀਜਾ ਕੀ ਨਿਕਲਦਾ ਹੈ? ਆਪਣੇ ਇਸ ਦੇਹੀ ਦੇ ਮਾਣ ਵਿੱਚ, ਗੁਮਾਨ ਵਿੱਚ ਤੁਰਿਆ ਜਾਂਦਾ ਹੈ, ਸਮਾਂ ਹੱਥੋਂ ਬਤੀਤ ਕਰ ਲੈਂਦਾ ਹੈ। ਤੇ ਦਿਨ ਸੰਮਲ ਕਸ਼ਟ ਮਹਾ ਦੁਖ, ਅਬ ਚਿਤ ਅਧਿਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨਹ ਵਿਸਾਰਿਆ। ਫਿਰ ਇਹਨੂੰ ਇਹਦਾ ਅਸਲਾ ਚੇਤੇ ਕਰਵਾਇਆ। ਕਹਿੰਦੇ ਮਨੁੱਖਾ ਰੇ ਨਰ, ਤੇ ਦਿਨ ਸੰਮਲ ਕਸ਼ਟ ਮਹਾ ਦੁਖ। ਸੰਮਲ ਮਤਲਬ ਚੇਤੇ ਕਰ ਵੀ ਉਹ ਦਿਨ ਦੇ ਕਸ਼ਟ, ਉਹ ਦਿਨ ਦੇ ਦੁੱਖ, ਉਹ ਦਿਨ ਦੀਆਂ ਤਕਲੀਫਾਂ ਚੇਤੇ ਕਰ। ਕਿਹੜੇ ਦਿਨ ਦੀਆਂ? ਗਰਭ ਕੁੰਡਲ ਜਬ ਆਸ਼ਤ। ਕਿੱਦਾਂ ਦੇ ਹਾਲਾਤ ਸੀ ਤੇਰੇ? ਉਦੋਂ ਤੇ ਅੱਗ ਵਿੱਚ ਸੜਨ ਤੋਂ ਵੀ ਤੈਨੂੰ ਡਰ ਲੱਗਦਾ ਸੀ। ਉਦੋਂ ਤੇ ਤੈਨੂੰ, ਮਤਲਬ ਇਹੀ ਕਹਿ ਸਕਦੇ ਆ ਨਾ ਆਪਾਂ ਵੀ ਅੱਗ ਦੇ ਭਾਂਬੜਾਂ ਦੇ ਵਿੱਚ ਪਿਆ ਸੀ। ਸਿਰਫ ਇੱਕ ਰੱਬੀ ਆਸ ਸੀ ਜਿਹੜੀ ਇਹਨੂੰ ਸੜਨ ਤੋਂ ਬਚਾ ਕੇ ਬੈਠੀ ਸੀ। ਸਿਰਫ ਇੱਕ ਰੱਬੀ ਆਸ, ਜਿਹਨੂੰ ਇਉਂ ਕਹਿ ਲਈਏ ਵੀ ਮੌਤ ਦੇ ਮੂੰਹ ਵਿੱਚ ਸੀ ਪਰ ਰੱਬ ਨੇ ਰੱਖਿਆ ਹੋਇਆ ਸੀ। ਨਹੀਂ ਸੜਨ ਨੂੰ ਤੇ ਇਹ ਵੀ ਸੜ ਜਾਂਦਾ। ਆਪਾਂ ਬਾਣੀ 'ਚ ਪੜ੍ਹਦੇ ਹੀ ਆ ਨਾ, ਜਿਹਨੂੰ ਮਾਲਕ ਜੀ ਕਹਿੰਦੇ ਕਈ ਜਨਮ ਗਰਭ ਹਿਰ ਖਰਿਆ, ਕਿੰਨੇ ਸੜਿਆ ਹੋਏਗਾ। ਪਤਾ ਹੈ ਕੁਛ?
जे आ जीवन मिल गया है ते इस जीवन का लाभ चुक ना लाहा चुक। जे वेला मिल ही गया, समा मिल ही गया है तो लाहा खट। ते दिन संभल कष्ट महा दुख, ओ दिन दे दुख, ओ दिन दे कष्ट चेते कर। साहिब कहते अब चित अधिक पसारिया, हुण तू अपना चित इउं खिलारिया होया भी जिवें पता ही नहीं संसार ते करन की आया। उदों खिल रहा सी किते चित, चित किवें खिल रहा? हौली हौली खिलरदा है। पहले प्यार लगा थण दुध, चित खिलरना शुरू हो गया। दूजे माए बाप की सुध, हजे सिर्फ थोड़ा ही खिल रहा, मतलब पहलों नालों पसर चुका है, पर थोड़ा पसरिया, अजे बहुता नहीं पसरिया। खलारा बहुता नहीं पाया, पा लिया है पर बहुता नहीं, बढ़ता गया। तीजे माए बाप की, दूजे माए बाप की सुध, तीजा भैया भाभी बेब, होर पसर गया। चौथे प्यार उपन्नी खेड, होर खलारा पै गया। पंजवें खान पियन की धात, छेवें काम न पुछै जात, सतवें संझ किया घरवास, अठवें क्रोध हुआ तन नास, नावें धौले उबे साह, दसवें दद्दा हुआ सवाह। सारा ही चित्त खलार लिया। साहिब कहते ते दिन संभल कष्ट महा दुख, अब चित अधिक पसारिया। किन्ना खलारा पा लिया तू? ये सारा कदों? कहते गर्भ छोड़, जदों गर्भ छड्ड के मृत मंडल आया, मात लोक विच आ गया, तो नरहर मनो बिसारिया। फिर वो रब तू अपने मन चों भुलाता। नरहर मतलब परमात्मा, परमेश्वर, वाहिगुरु, रब, अल्लाह, खुदा, कुछ लफ्ज कह लीए भी। जदों तू समाज ते आ गया, संसार ते आ गया, उदण संसार ते लैके आउण वाला भुल गया। शायद इहो कारण है कि बाबा कबीर साहब जी ने ना रब जी अगे एक अरजोई की थी। कबीर काम परै हर सिमरी है, ऐसा सिमरो नित। रब चेते कदों आउंदा? सानू कोई दुख ना आए, कोई तकलीफ ना आए, लोड़ां साडियां पूरियां होंदियां रहन, ईमानदारी नाल अपने मनां च झात मार के खुद असीं आप फैसला करके वेखी, रब चेते आएगा? कोई दुख नहीं, कोई तकलीफ नहीं, कोई विपता नहीं, कोई लोड़ नहीं, कोई किसी तरह की आस नहीं, सारा कुछ मिल ही जाता है। सुख भी मिली जाते, आसावां भी पूरियां हो जांदियां, लोड़ां भी पूरियां हो जांदियां, इच्छावां भी पूरियां हो जांदियां। रब चेते आएगा? कदों चेते आउंदा? जदों आस पूरी ना होवे, जदों कोई काम बिगड़दा नज़र आए, जदों कोई दुख आए, जदों कोई तकलीफ आए, फिर कौन चेते आउंदा? रब। ते बाबा कबीर साहब कहंदे भी मैं चाहुंदा भी रब्बा मैं तैनूं रोज़ ही सिमरदा रवां। भी जे काम परै हर सिमरी है, ये काम पैण ते रब ने चेते आउणा है, ते फिर रोज़ कोई ना कोई कार विहार पिया ही रहना चाहिए। भी रोज़ कोई ना कोई कारज विगड़िया ही रवे, भी मैं विगड़िया कारज वेख के रब ते चेते कर लांगा ना भी रब्बा हुण तू सवार, मेरे तो ते विगड़ गया। रोज़ कोई ना कोई दुख विपता आई बनी रवे, मैं उन्होंने वेख के, दुख वेख के, विपता वेख के हाथ ते जोड़ के आखांगा ना भी रब्बा बचा ला। मतलब सुख न एवें नहीं सी साहिब ने आख्या दुख दारू सुख रोग, आही है
ਦੁੱਖ ਆਇਆ ਤੇ ਮੇਰੇ ਹੱਥ ਜੁੜ ਗਏ, ਸੁੱਖ ਆਇਆ ਹੱਥ ਜੁੜਨੇ ਤੇ ਬੜੀ ਦੂਰ ਦੀ ਗੱਲ ਹੈ। ਮੈਨੂੰ ਤੇ ਜ਼ੁਬਾਨ ਤੇ ਵੀ ਰੱਬ ਨਹੀਂ ਆਇਆ ਮੇਰੀ ਤੇ। ਚਿੰਤਾ ਆਈ, ਹੱਥ ਵੀ ਜੁੜ ਗਏ, ਅੱਖਾਂ ਵੀ ਬੰਦ ਹੋ ਗਈਆਂ, ਫਿਰ ਪੈਰ ਵੀ ਜੁੜ ਗਏ, ਫਿਰ ਇਕਾਗਰਤਾ ਵੀ ਬਣ ਗਈ ਵੀ ਰੱਬਾ ਹੁਣ ਬਚਾ ਲਾ। ਤੇ ਸੁੱਖ ਵਿੱਚ ਬਣਦੀ ਇਕਾਗਰਤਾ ਕਿਤੇ? ਆਪਾਂ ਸਾਰੀ ਜ਼ਿੰਦਗੀ ਇਹੋ ਹੀ ਪੁੱਛਦੇ ਰਹਿ ਗਏ ਜੀ ਚਿੱਤ ਇਕਾਗਰ ਕਿਵੇਂ ਹੋਵੇ। ਸਾਰੀ ਜ਼ਿੰਦਗੀ ਇਹੀ ਪੁੱਛਦੇ ਰਹਿ ਗਏ ਜੀ ਸਾਡਾ ਮਨ ਨਹੀਂ ਟਿਕਦਾ। ਮਨ ਟਿਕੇ ਕੀ? ਜਦੋਂ ਮਨ ਨੂੰ ਦੁੱਖ ਹੁੰਦਾ, ਤਕਲੀਫ ਹੁੰਦੀ, ਫਿਰ ਅਰਦਾਸ ਕਰਨ ਲੱਗਿਆ ਮਨ ਕਿਵੇਂ ਟਿਕਦਾ? ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਟਿਕਣਾ ਹੈ। ਇਹੀ ਹੈ ਨਾ ਵੀ ਫਿਰ ਇਕਾਗਰ ਵੀ ਹੋ ਜਾਂਦਾ ਹੈ, ਚਿੱਤ ਟਿਕ ਵੀ ਜਾਂਦਾ ਹੈ, ਫਿਰ ਰੱਬ ਇੱਕ ਇੱਕ ਸਵਾਸ ਚੇਤੇ ਆਉਂਦਾ ਹੈ। ਉਦਾਂ ਅਸੀਂ ਸਵਾਲ ਕਰੀ ਜਾਂਦੇ ਹਾਂ ਜੀ ਸਵਾਸ ਗਰਾਸ ਰੱਬ ਚੇਤੇ ਕਿਵੇਂ ਰਵੇ? ਸਾਡੇ ਸਵਾਲ ਨੇ ਇਹ ਵੀ ਅਸੀਂ ਜੀ ਗੁਰਬਾਣੀ ਕਹਿੰਦੀ ਹੈ ਇੱਕ ਇੱਕ ਸਵਾਸ ਨਾਲ ਗਰਾਸ ਨਾਲ ਰੱਬ ਚੇਤੇ ਕਰਨ, ਜੀ ਕਿਵੇਂ ਚੇਤੇ ਰਵੇਗਾ? ਜਦੋਂ ਦੁੱਖ ਆਉਂਦਾ ਫਿਰ ਕਿਵੇਂ ਚੇਤੇ ਰਹਿੰਦਾ? ਜੀ ਸਾਡਾ ਚਿੱਤ ਨਹੀਂ ਇਕਾਗਰ ਕਿਵੇਂ ਹੋਏਗਾ? ਜਦੋਂ ਦੁੱਖ ਆਉਂਦਾ ਫਿਰ ਕਿਵੇਂ ਹੁੰਦਾ? ਸਾਰੇ ਸਵਾਲਾਂ ਦੇ ਜਵਾਬ ਸਾਡੇ ਕੋਲ ਨੇ, ਬਸ ਅਸੀਂ ਅਵੇਸਲੇ ਹੋ ਕੇ ਬੈਠੇ ਆ। ਦੁੱਖ ਆਇਆ, ਮੈਂ ਰੱਬ ਚੇਤੇ ਕਰਨ ਵਾਸਤੇ ਕਿਤੇ ਨਹੀਂ ਗਿਆ, ਮੈਨੂੰ ਘਰੇ ਬੈਠਿਆਂ ਹੀ ਰੱਬ ਚੇਤੇ ਆਉਂਦਾ। ਦੁੱਖ ਆਇਆ, ਮੈਂ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਵਿੱਚ ਸਾਂ, ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਸੀ, ਇੱਥੋਂ ਤੱਕ ਅਸਥਾਨ ਵੀ ਭਾਵੇਂ ਧਰਮ ਦਾ ਨਹੀਂ ਸੀ, ਮੈਨੂੰ ਕੀ ਚੇਤੇ ਆਇਆ? ਰੱਬ। ਤੇ ਜਦੋਂ ਸੁੱਖ ਹੈ, ਇਹ ਸਾਡੀ ਜਿਹੜੀ ਨਾ ਤਰਸਯੋਗ ਹਾਲਾਤ ਹੈ, ਸੁੱਖ ਦੇ ਵਿੱਚ ਸਾਨੂੰ ਤੇ ਧਰਮ ਸਥਾਨ ਤੇ ਬੈਠਿਆਂ ਨੂੰ ਰੱਬ ਨਹੀਂ ਚੇਤੇ ਆਉਂਦਾ। ਤੇ ਦੁੱਖ ਵਿੱਚ ਕਦੇ ਅੰਦਰ ਝਾਤ ਮਾਰ ਕੇ ਵੇਖ, ਦੁੱਖ ਵਿੱਚ ਹਾਲਾਤ ਨਹੀਂ ਵੇਖੇ, ਦੁੱਖ ਵਿੱਚ ਅਸਥਾਨ ਨਹੀਂ ਵੇਖਿਆ, ਦੁੱਖ ਵਿੱਚ ਸਿਚੁਏਸ਼ਨ ਨਹੀਂ ਵੇਖੀ, ਦੁੱਖ ਦੇ ਵਿੱਚ ਅਸੀਂ ਕੁਝ ਨਹੀਂ ਵੇਖਿਆ, ਸਿਰਫ ਇੱਕ ਚੇਤੇ ਆਇਆ। ਸੁੱਖ ਵਿੱਚ ਸਾਡੇ ਕੋਲ ਹਜ਼ਾਰਾਂ ਹੀ ਬਹਾਨੇ, ਸਮਾਂ ਲੰਘ ਗਿਆ ਜੀ, ਹੁਣ ਬਾਣੀ ਪੜ੍ਹਨ ਦਾ ਟਾਈਮ ਹੀ ਹੈ ਨਹੀਂ, ਕਿਹੜੀ ਬਾਣੀ ਪੜ੍ਹੀਏ? ਜਦੋਂ ਦੁੱਖ ਆਇਆ ਸੀ ਤੂੰ ਪੁੱਛ ਕੇ ਗਿਆ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਬਾਬਾ ਹੁਣ ਰਾਤ ਵੇਲੇ ਦੁੱਖ ਆਇਆ ਜਪਜੀ ਪੜਾਂ ਕਿ ਨਾ? ਸੁੱਖ ਵੇਲੇ ਪੁੱਛੀਦਾ ਜੀ ਜਪਜੀ ਰਾਤ ਨੂੰ ਪੜ੍ਹ ਲੈਣਾ ਚਾਹੀਦਾ ਜੀ? ਰੱਬ ਨੂੰ ਚੇਤੇ ਕਰਨ ਵੇਲੇ ਸਿਰਫ ਅੰਮ੍ਰਿਤ ਵੇਲਾ ਹੀ ਹੈ, ਅੰਮ੍ਰਿਤ ਵੇਲੇ ਸਿਮਰਨ ਕਰਨਾ ਚਾਹੀਦਾ। ਜਦੋਂ ਦੁੱਖ ਆਇਆ ਉਦੋਂ ਤੂੰ ਕਿਹੜਾ ਅੰਮ੍ਰਿਤ ਵੇਲੇ ਦੁੱਖ ਸੱਦ ਕੇ ਲਿਆਇਆ ਸੀ ਵੀ ਮੈਂ ਤੇ ਰੱਬ ਨੂੰ ਚੇਤੇ ਕਰਨਾ? ਉਦੋਂ ਵੀ ਤੇ ਚੇਤੇ ਕੀਤਾ ਨਾ। ਇਹੀ ਇੱਕ ਸਵਾਸ ਗਰਾਸ ਦੀ ਸਾਰੀ ਹਾਲਾਤ ਹੈ ਵੀ ਇਨਸਾਨ ਸੁਚੇਤ ਹੋ ਕੇ ਕੋਈ ਸਮਾਂ ਕੋਈ ਵੇਲਾ ਹੋਵੇ ਬਸ ਇਹਨੂੰ ਰੱਬ ਰੱਬ ਕਰਨਾ ਆ ਜਾਏ। ਚਾਹੇ ਦੁੱਖ ਹੈ ਚਾਹੇ ਝੋਰਾ ਹੈ, ਬਸ ਇਹੋ ਕਹਿ ਸਕਦੇ ਆ ਵੀ ਦੁੱਖਾਂ ਵੇਲੇ ਚੇਤੇ ਆਇਆ ਤੇ ਫਿਰ ਦੁੱਖ ਸਾਡੇ ਲਈ ਭਲੇ ਨੇ, ਦੁੱਖ ਸਾਡੇ ਲਈ ਸਾਡੀ ਦਵਾ ਹੈ। ਸਾਹਿਬ ਜੀ ਨੇ ਅੱਜ ਆਖਿਆ, ਕਹਿੰਦੇ ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨੋ ਵਿਸਾਰਿਆ। ਬਸ ਉਹ ਦੁੱਖ ਭਰੇ ਅਸਥਾਨ ਤੋਂ, ਚਿੰਤਾਵਾਂ ਭਰੇ ਝੋਰੇ ਭਰੇ ਅਸਥਾਨ ਤੋਂ, ਕਸ਼ਟ ਭਰੇ ਅਸਥਾਨ ਤੋਂ ਮ੍ਰਿਤ ਮੰਡਲ ਤੇ ਆ ਗਿਆ, ਧਰਤੀ ਤੇ ਆ ਗਿਆ। ਹੁਣ ਕਹਿੰਦਾ ਕਿਹੜਾ ਰੱਬ? ਮਿਹਨਤ ਤੇ ਮੈਂ ਕੀਤੀ ਹੈ। ਜਿਸ ਦਿਨ ਤਰੱਕੀ ਦੀ ਲੋੜ ਸੀ ਨਾ, ਉਦਣ ਕਹਿੰਦਾ ਸੀ ਰੱਬਾ ਕਿਰਪਾ ਕਰ, ਹਾਂ ਆ ਤਰੱਕੀ ਮਿਲ ਜੇ। ਚਲੋ ਰੱਬ ਵੀ ਅਰਦਾਸਾਂ ਸੁਣਨ ਵਾਲਾ ਹੈ, ਉਹਨੇ ਸੁਣ ਕੇ ਅਰਦਾਸ ਪ੍ਰਵਾਨ ਕਰ ਲਈ, ਉਹਨੇ ਤਰੱਕੀ ਦੇਤੀ। ਜਿਦਣ ਅਗਲਿਆਂ ਨੇ ਸਨਮਾਨ ਕਰਕੇ ਪੱਕਾ ਕਹਿਤਾ ਵੀ ਆ ਅੱਜ ਤੋਂ ਜੀ ਤੁਸੀਂ ਇਸ ਪੋਸਟ ਤੇ ਪਹੁੰਚ ਗਏ, ਉਦਣ ਮੈਂ ਬਹੁਤ ਮਿਹਨਤ ਕੀਤੀ ਜੀ। ਉਦਣ ਕਿੱਥੇ ਗਿਆ ਰੱਬ ਜਿਹਦੇ ਅੱਗੇ ਤੂੰ ਅਰਦਾਸਾਂ ਕੀਤੀਆਂ? ਇਹਨੂੰ ਸੌਖੇ ਰੂਪ 'ਚ ਇੱਕ ਇਨਸਾਨ ਰੱਬ ਅੱਗੇ ਅਰਜ਼ੋਈ ਕਰਨ ਵਾਸਤੇ ਚੱਲ ਕੇ ਆਇਆ, ਰੱਬਾ ਮੈਂ ਜੋੜੇ ਹੱਥ, ਕਿਰਪਾ ਕਰ, ਮੈਂ ਨਾ ਆਹ ਕਾਰਜ ਆਰੰਭਣ ਲੱਗਿਆ ਤੇ ਮੇਰਾ ਇਹ ਕਾਰਜ ਜਾਵੇ ਬਣ,
मैनू नौकरी मिल जे। सिर्फ उदाहरण लई रब ने अरजोई सुन ली, इनू नौकरी मिल गई, सोहना असल रसूख बन गया, नौकरी मिल गई। जिस दिन नौकरी मिली अगलियां ने पूछया तुहाडी कामयाबी दा राज की है? कहंदा मेरी मेहनत। ठीक है, तू मेहनत की, मशक्कत की, पर मेहनत दे उत्ते जे वो रहमत ना करदा ते तू की कर लैंदा? तेरे वर्गे कई तुरे फिरदे। कला तू थोड़ी से जिन्ने हाथ जोड़ के आख्या सी भी रब्बा मैनू नौकरी मिल जे। तेरे वर्गे लखां सी जिन्ना हाथ जोड़ जोड़ रब अगे नक रगड़े भी रब जी नौकरी मिल जे, पर तेनू गई मिल। हुण तू कहना भी मैं आ, रब कित्थे गया? बस इहो है ना भी लोड़ पैण उत्ते सानू रब चेते आया। मालक जी कहंदे पर जदों गर्भ छोड़ मृत मंडल आया तो नर हर मनो विसारिया। फिर इन्हें ओ नर हरी जेड़ा है परमात्मा है ओनू अपने हिरदे विचों भुला दिता। बाल विनोद चिंद रस लागा, खिन खिन मोह व्यापै। रस मिस मेध अमृत बिख चाखी, तो पंच प्रगट संतापै। फिर चौथे प्यार उपन्नी खेड़ इत्थे तक आ गया। कहंदे बाल विनोद, विनोद कहंदे कौतक कौड़ तमाशे। हुण ना इनू बालपन दे तमाशे बड़े चंगे लगदे। चिंद रस लागा, हुण कई तरह दे रसां च उलझिया फिरदा है। बचपन दे तमाशिਆਂ विच ते कई तरह दे रसां विच लगा होया ते लगे होए नू खिन खिन मोह व्यापै। भैया भाभी बेब माए बाप की सुध ये व्याप रहे। हुण मोह भी ते व्याप रहा ना, खिडौने भी चाहिए, मां भी चाहिए, पिता भी चाहिए, भाई भैन भी चाहिए। इनू बचपन के तमाशिਆਂ विच हुण मोह व्याप रहा है। कहंदे उदू अगांह वध गया। हुण रस मिस मेध अमृत बिख चाखी, सारा कुछ ही दबी तुरी आउंदा है। पंजवें खान पीन की धात। फिर जो खाण पीन की वारी आउंदी बस उधर ही जोर दिता होया। हुण मिल जाए रस मिस, रसिया मिसिया मिल जाए। मेध ना खाण वालियां वस्तुआं मास वाले पासे उधर नूं आ गया। अमृत बिख चंगा खाण वाला, बिख मतलब जहर ना माड़ा खादा, सारा कुछ ही खादी तुरी आया, कुछ भी नहीं छड्डिया। खाद और अखाद वस्तुआं वाल झात ही नहीं मारी। केड़ी चीज दी लोड़ है ते केड़ी दी नहीं वेखिया ही नहीं। केड़ी चीज मेरे खाण वाली है, केड़ी वस्तु खादे बिना गुजारा है, नहीं वेखिया। सारा कुछ ही खादी तुरी आउंदा है। कहंदे रस मिस मेध अमृत बिख चाखी, तो पंच प्रगट संतापै। हुण जदों खाण पीण ने अपना प्रभाव पाया ते फिर उन्हें पंजां नूं प्रताप दिता। असर ते होना ना खाधे पीते दा। ते जेड़ा खाधा पीता चाहे वह असीं ਜ਼ਹਿਰ रूपी पदार्थां की गल कर लीए या अमृत रूपी पदार्थां की। अमृत रूपी पदार्थ चख दे अवस्था उदां दी बन जाती, ਜ਼ਹਿਰ रूपी पदार्थ चखे ने ते अवस्था उदां दी बन गई। प्रभाव ते खाने ने पाउणा ही है ना। हुण जदों खाद और अखाद सारियां वस्तुआं ही खादियां, खाण वालियां भी ते ना खाण वालियां भी। मतलब ना खाण वालियां इउं कह लीए जिन्हां नूं खादे बिना गुजारा सी, पर इंसान ने नहीं छड्डियां, वो भी खादियां। फिर साहिब कहंदे तो पंच प्रगट
ਪੰਜ ਇਉਂ ਪ੍ਰਗਟੇ ਸੰਤਾਪੈ। ਹੁਣ ਉਹਨਾਂ ਨੇ ਸੰਤਾਪ ਦਿੱਤਾ ਹੋਇਆ, ਹੁਣ ਉਹਨਾਂ ਨੇ ਦੁੱਖ ਲਾਇਆ ਹੋਇਆ। ਜਿਹੜੇ ਪੰਜ ਅੰਦਰੋਂ ਉੱਗਣਗੇ, ਕਾਮ ਉੱਗੇਗਾ, ਕ੍ਰੋਧ ਉੱਗੇਗਾ, ਮੋਹ ਲੋਭ ਅਹੰਕਾਰ ਪੈਦਾ ਹੋਏਗਾ, ਇਹ ਛੱਡਣਗੇ ਥੋੜੀ। ਇਹ ਵੀ ਤੇ ਆਪਣਾ ਸੰਤਾਪ ਦੇਣਗੇ ਹੀ ਨਾ। ਅੱਗ ਥੋੜੀ ਹੋਵੇ ਤੇ ਅੱਗ ਹੋਵੇ ਬਹੁਤੀ, ਸੰਤਾਪ ਤੇ ਲੱਗਣਾ ਹੀ ਹੈ, ਸੇਕ ਤੇ ਲੱਗੇਗਾ। ਮੈਂ ਭਾਵੇਂ ਮਾਚਸ ਦੀ ਤੀਲੀ ਬਾਲ ਕੇ ਬੈਠਾ ਰਵਾਂ, ਉਹਨੇ ਵੀ ਮੈਨੂੰ ਸੇਕ ਦੇਣਾ ਹੈ। ਮੈਂ ਦੀਵਾ ਬਾਲ ਕੇ ਬੈਠਾ ਰਵਾਂਗਾ, ਸੇਕ ਉਹ ਦੀਵਾ ਵੀ ਦੇਏਗਾ। ਜੇ ਮੈਂ ਵੱਡਾ ਭਾਂਬੜ ਬਾਲ ਕੇ ਬੈਠਾ ਹੋਵਾਂ, ਸੇਕ ਉਹਨੇ ਵੀ ਦੇਣਾ ਹੈ। ਸੇਕ ਤੇ ਹਰ ਬਸ ਇਹ ਹੈ ਵੀ ਜਿਹੜੀ ਤੀਲੀ ਸੀ ਉਹਨੇ ਆਪਣੇ ਹਿਸਾਬ ਦਾ ਸੇਕ ਦੇਣਾ, ਦੀਵੇ ਨੇ ਆਪਣੇ ਹਿਸਾਬ ਨਾਲ ਦੇਣਾ, ਵੱਡੇ ਭਾਂਬੜ ਨੇ ਛੇਤੀ ਮਚਾ ਦੇਣਾ। ਅੱਗ ਦਾ ਸੁਭਾਵ ਕੀ ਹੈ? ਸੇਕ ਦੇਣਾ। ਥੋੜੀ ਹੋਵੇ ਉਹਨੇ ਵੀ ਸੇਕ ਦੇਣਾ, ਬਹੁਤੀ ਹੈ ਤੇ ਸੇਕ ਉਹਨੇ ਵੀ ਦੇਣਾ। ਥੋੜੀ ਅੱਗ ਮੈਂ ਇਹ ਨਹੀਂ ਕਹਿ ਸਕਦਾ ਵੀ ਇਹਨੇ ਸੇਕ ਨਹੀਂ ਤੇ ਠੰਡਕ ਦੇਗੀ, ਨਹੀਂ, ਉਹਨੇ ਵੀ ਸੇਕ ਹੀ ਦੇਣਾ। ਕਾਮ ਵਾਸ਼ਨਾ ਉਪਜੇਗੀ, ਸੰਤਾਪ ਹੀ ਦੇਗੀ ਨਾ। ਕ੍ਰੋਧ ਪੈਦਾ ਹੋਏਗਾ, ਸੁੱਖ ਤੇ ਨਹੀਂ ਦਿੰਦਾ, ਸੰਤਾਪ ਹੀ ਦੇਗਾ। ਜੇ ਹੰਕਾਰ ਪੈਦਾ ਹੋ ਗਿਆ, ਉਹਨੇ ਕਿਹੜਾ ਸੁਖੀ ਕਰਨਾ, ਉਹ ਵੀ ਸੰਤਾਪ ਦੇਗਾ, ਦੁੱਖ ਉਹਨੇ ਦੇਣਾ। ਮੋਹ ਉਪਜ ਆਏ, ਲੋਭ ਪੈਦਾ ਹੋ ਜੇ, ਇਹਨਾਂ ਨੇ ਕਿਹੜਾ ਆ ਕੇ ਕਹਿਣਾ ਵੀ ਲੈ ਭਾਈ ਤੂੰ ਲੋਭ ਲੈ ਕੇ ਆਇਆ, ਅਸੀਂ ਤੈਨੂੰ ਸੁਖੀ ਕਰ ਦਈਏ, ਇਹ ਵੀ ਸੰਤਾਪ ਹੀ ਦੇਣਗੇ, ਹੈ ਤੇ ਅੱਗ ਹੀ ਨਾ। ਸਾਹਿਬ ਕਹਿੰਦੇ ਇਹ ਫਿਰ ਅੰਦਰ ਜਦੋਂ ਖਾਣ ਦੇ ਨਾਲ ਪੈਦਾ ਹੋਏ ਤੇ ਇਹਨਾਂ ਨੇ ਇਨਸਾਨ ਨੂੰ ਹੋਰ ਸੰਤਾਪ ਦਿੱਤਾ। ਜਪ ਤਪ ਸੰਜਮ ਛੋੜ ਸੁਕ੍ਰਿਤ, ਮਤ ਰਾਮ ਨਾਮ ਨਾ ਅਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ, ਤਉ ਆਨ ਸਕਤ ਗਲ ਬੰਧਿਆ। ਫਿਰ ਸਾਹਿਬ ਕਹਿੰਦੇ ਜਪ ਤਪ ਸੰਜਮ ਛੋੜ ਸੁਕ੍ਰਿਤ, ਸਾਰਾ ਕੁਝ ਛੱਡਤਾ। ਚੰਗੀ ਕਿਰਤ ਵੀ ਛੱਡਤੀ, ਜਪ ਵੀ ਛੱਡਤਾ, ਤਪ ਵੀ ਛੱਡਤਾ, ਸੰਜਮ ਵੀ ਤਿਆਗਤਾ। ਮਤਲਬ ਚੰਗੇ ਕੰਮ ਛੱਡਤੇ ਤੇ ਕੀਤਾ ਕੀ ਹੈ? ਮਤ ਰਾਮ ਨਾਮ ਨਾ ਅਰਾਧਿਆ, ਰੱਬ ਚੇਤੇ ਨਹੀਂ ਕੀਤਾ। ਹੁਣ ਮਤ ਕਰਕੇ ਕੀਤਾ ਕੀ? ਉਛਲਿਆ ਕਾਮ। ਹੁਣ ਜਿਹੜੇ ਜੀਵਨ ਵਿੱਚ ਸੰਜਮ ਨਹੀਂ ਹੈ, ਉੱਥੇ ਕੀ ਉਪਜੇਗਾ? ਸੰਜਮ ਮਤਲਬ ਰੋਕ ਕੇ ਰੱਖਣਾ। ਤੇ ਜਿਹੜਾ ਬੰਦਾ ਸੰਜਮ ਨਹੀਂ ਰੱਖ ਸਕਦਾ, ਉਹਦੇ ਕੋਲ ਕੀ ਹੋਏਗਾ? ਕਾਮ ਉਛਲ। ਹੁਣ ਕਾਮ ਉਛਾਲੇ ਮਾਰ ਰਿਹਾ। ਜਿਹਦੇ ਕੋਲ ਜਪ ਨਹੀਂ ਹੈ, ਉਹਦੇ ਕੋਲ ਕੀ ਹੋਏਗਾ? ਵਿਕਾਰ। ਤਪ ਨਹੀਂ ਹੈ, ਵਿਕਾਰ। ਕਹਿੰਦੇ ਉਛਲਿਆ ਕਾਮ। ਹੁਣ ਕਾਮ ਉਛਲਿਆ, ਕਾਮ ਨੇ ਉਬਾਲਾ ਮਾਰਿਆ। ਕਾਲ ਮਤ ਲੱਗੀ। ਮਤ ਨੂੰ ਕੀ ਲੱਗ ਗਈ? ਕਾਲਕ। ਕਾਮੀ ਬੰਦਾ ਚੰਗਾ ਸੋਚ ਸਕਦਾ? ਜਿਸ ਬੰਦੇ ਉੱਤੇ ਕਾਮ ਨੇ ਪ੍ਰਭਾਵ ਪਾਇਆ ਹੋਵੇ, ਉਹ ਚੰਗਾ ਸੋਚ ਸਕਦਾ? ਉਹ ਸਮਾਜ ਵਿੱਚ ਕੀ ਕਰੇਗਾ? ਗੰਦਗੀ ਹੀ ਫੈਲਾਏਗਾ ਨਾ। ਆਪਣੀ ਗੰਦੀ ਸੁਰਤ ਦਾ ਪ੍ਰਗਟਾਵਾ ਕਰੇਗਾ। ਸਮਾਜ ਦੇ ਹਾਲਾਤ ਆਪਾਂ ਵੇਖਦੇ ਹੀ ਹਾਂ, ਕੀ ਕੁਝ ਸਮਾਜ ਵਿੱਚ ਬਣਿਆ। ਉਹ ਭੱਦੀ ਮੱਤ ਦਾ ਜਦੋਂ ਪ੍ਰਗਟਾਵਾ ਹੁੰਦਾ ਤੇ ਸਮਾਜ ਨੂੰ ਕਲੰਕਿਤ ਕਰ ਦਿੰਦਾ ਹੈ ਆਪਣੀ ਭੈੜੀ ਮੱਤ ਕਰਕੇ। ਕਾਮ ਦੇ ਅਧੀਨ ਹੋਇਆ, ਨਾਤੇ ਵੀ ਭੁੱਲ ਗਿਆ, ਰਿਸ਼ਤੇ ਵੀ ਭੁੱਲ ਗਿਆ, ਸੰਬੰਧ ਵੀ ਭੁੱਲ ਗਿਆ। ਕਲੰਕਿਤ ਕੀਤਾ ਨਾ ਸਮਾਜ ਦੇ ਵਿੱਚ, ਉਹਦੀ ਮੱਤ ਨੇ ਉਹਨੂੰ ਕਲੰਕਿਤ ਕਰ ਲਿਆ। ਕਹਿੰਦੇ ਉਛਲਿਆ ਕਾਮ ਕਾਲ ਮਤ ਲੱਗੀ। ਕਾਲਖ ਲੱਗ ਗਈ ਮੱਤ ਨੂੰ। ਹੁਣ ਕਾਲਖ ਕੀ ਹੈ? ਦਾਗ ਦਾ ਪ੍ਰਤੀਕ, ਬੇਇੱਜ਼ਤੀ ਦਾ ਪ੍ਰਤੀਕ। ਮੱਤ ਨੂੰ ਕਾਲਖ ਲੱਗੀ। ਕਹਿੰਦੇ ਤਉ ਆਨ ਸਕਤ ਗਲ ਬੰਨ੍ਹਿਆ। ਕਿੰਨਾ ਕੁਛ ਗਲ ਚ ਬੰਨਿਆ ਗਿਆ। ਫਿਰ ਹੁਣ ਇੱਥੇ ਜਿਹੜੇ ਅੱਖਰੀ ਅਰਥ ਕੀਤੇ, ਕਹਿੰਦੇ ਫਿਰ ਇਹਨੂੰ ਪਰਿਵਾਰ ਦੇ ਵਿੱਚ ਬੰਨ੍ਹ ਦਿੰਦੇ ਨੇ। ਸਤਵੇਂ ਸਾਂਝ ਕੀਆ ਕਰਵਾਸ, ਵੀ ਹੁਣ ਕਿਤੇ ਹੋਰ ਨਾ ਵਿਗੜ ਜਾਏ, ਚਲੋ ਵਿਆਹ ਦੋ। ਬਸ ਇੱਕੋ ਹੀ। ਅਸੀਂ ਸਾਡੇ ਸਮਾਜ ਨੇ ਨਾ
ਇਹ ਨਹੀਂ ਵੇਖਿਆ ਹਾਲਾਤ ਕੀ ਨੇ, ਕਿੱਦਾਂ ਦੇ ਨੇ। ਨਹੀਂ, ਜੇ ਔਲਾਦ ਮਾੜੇ ਰਾਹ ਤੇ ਤੁਰ ਰਹੀ ਨਾ, ਅਸੀਂ ਉਹਨੂੰ ਸੁਧਾਰਨ ਦੀ ਬਜਾਏ, ਚੰਗੇ ਰਾਹ ਤੇ ਤੋਰਨ ਦੀ ਬਜਾਏ ਨਤੀਜਾ ਹੀ ਇੱਕ ਕੱਢਿਆ, ਚੁੱਪ ਕਰਕੇ ਵਿਆਹ ਦਿਓ। ਸਾਡੇ ਕੋਲ ਰਿਜ਼ਲਟ ਹੀ ਇਹ ਹੈ। ਅਸੀਂ ਇਹ ਨਹੀਂ ਵੇਖਣਾ ਵੀ ਇਹ ਸੁਧਰਨ ਵਾਲੇ ਪਾਸੇ ਤੁਰੇਗਾ ਨਹੀਂ ਤੁਰੇਗਾ, ਔਲਾਦ ਤੁਰੇਗੀ ਨਹੀਂ ਤੁਰੇਗੀ, ਅਸੀਂ ਇਹ ਨਹੀਂ ਵੇਖਣਾ। ਚੁੱਪ ਕਰਕੇ ਤੋ ਆਣ ਸ਼ਕਤ ਗਲ ਬੰਨ੍ਹਦਾ, ਇਹਨੂੰ ਬੰਨ੍ਹ ਦੀਦਾ, ਫਿਰ ਸ਼ਾਇਦ ਸੁਧਰ ਜਾਏ। ਇਹ ਆਸ ਲੈ ਕੇ ਹੀ ਬੰਨ੍ਹਦੇ ਆ ਵੀ ਸੁਧਰ ਜਾਏਗਾ, ਵੀ ਤੁਹਾਨੂੰ ਆਪਾਂ ਨੂੰ ਪਤਾ ਹੈ ਵੀ ਸੁਧਰੇਗਾ। ਹੋ ਸਕਦਾ ਹੈ ਪਹਿਲੋਂ ਤੇ ਇੱਕ ਜ਼ਿੰਦਗੀ ਬਰਬਾਦ ਸੀ ਨਾ ਆਪਣੀ ਹੋਈ, ਹੁਣ ਜਿਹੜਾ ਨਾਲ ਜੁੜਿਆ ਉਹਦੀ ਵੀ ਬਰਬਾਦ। ਪਹਿਲੋਂ ਇੱਕ ਪਰਿਵਾਰ ਸੀ, ਹੁਣ ਦੋ ਪਰਿਵਾਰ, ਦੋਵਾਂ ਨੂੰ ਹੀ ਖੇ ਕਰ। ਕਾਲਖ ਮੱਤ ਨੇ ਤੇ ਕਾਲਖ ਹੀ ਦੇਣੀ ਹੈ। ਇਸੇ ਕਰਕੇ ਤੇ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਕਹਿ ਕੇ ਮੈਂ ਸਮਾਪਤੀ ਕਰ ਦੇਣੀ। ਜਦੋਂ ਬਾਬਾ ਕਬੀਰ ਸਾਹਿਬ ਕਹਿੰਦੇ ਕਿ ਸਾਕਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ। ਹੁਣ ਜੇ ਅਸੀਂ ਕਾਲੇ ਭਾਂਡੇ ਨੂੰ ਹੱਥ ਲਾਵਾਂਗੇ ਤੇ ਕੀ ਮਿਲੇਗਾ? ਕਾਲਕ ਹੀ ਮਿਲਣੀ ਨਾ। ਚਾਹੇ ਮੇਰੇ ਪਿੰਡੇ ਉੱਤੇ ਚਿੱਟੇ ਵਸਤਰ ਪਾਏ ਤੇ ਚਾਹੇ ਪਾਏ ਰੰਗਲੇ, ਮੈਂ ਕਾਲੇ ਭਾਂਡੇ ਨੂੰ ਹੱਥ ਲਾਵਾਂਗਾ ਤੇ ਕੀ ਹੋਏਗਾ? ਇਹ ਤਾਂ ਨਹੀਂ ਵੀ ਮੈਂ ਰੰਗਲੇ ਵਸਤਰ ਪਾ ਕੇ ਕਾਲੇ ਨੂੰ ਹੱਥ ਲਾਵਾਂ ਤੇ ਉਹਨਾਂ ਨੂੰ ਦਾਗ ਨਹੀਂ ਲੱਗਣਾ, ਦਾਗ ਉਹਨੂੰ ਵੀ ਲੱਗਣਾ। ਜੇ ਮੱਤ ਕਾਲੀ ਹੈ ਤੇ ਮੈਂ ਸਮਾਜ ਵਿੱਚ ਜਿਹੜੇ ਮਰਜ਼ੀ ਪਾਸੇ ਚਲਾ ਜਾਵਾਂ, ਮੈਂ ਆਪਣੀ ਕਾਲੀ ਮੱਤ ਦਾ ਹੀ ਪ੍ਰਗਟਾਵਾ ਕਰਾਂਗਾ। ਜੇ ਮੱਤ ਚੰਗੀ ਹੈ ਤੇ ਚੰਗੀ ਮੱਤ ਦਾ ਪ੍ਰਗਟਾਵਾ। ਇਹ ਦੂਜਾ ਪੱਖ, ਸੰਤ ਨਾ ਛਾੜੈ ਸੰਤਈ ਜੋ ਕੋਟਿਕ ਮਿਲੈ ਅਸੰਤ। ਰੱਬ ਨਾਲੋਂ ਜੁੜਿਆ, ਉਹਨੂੰ ਲੱਖ ਟੁੱਟੇ ਮਿਲ ਜਾਣ, ਉਹ ਆਪਣਾ ਸੁਭਾਵ ਨਹੀਂ ਛੱਡਦਾ, ਤੇ ਰੱਬ ਨਾਲੋਂ ਟੁੱਟਿਆ ਉਹਨੂੰ ਲੱਖ ਜੁੜੇ ਮਿਲ ਜਾਣ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਕਾਲੀ ਮੱਤ ਨੇ ਕਾਲਾ ਪ੍ਰਗਟਾਵਾ ਕਰਨਾ ਤੇ ਸਾਫ਼ ਮੱਤ ਹਮੇਸ਼ਾ ਸਫਾਈ ਦਾ ਪ੍ਰਗਟਾਵਾ ਕਰੇਗੀ। ਤੇ ਸਾਹਿਬ ਜੀ ਅੱਜ ਭਗਤ ਬੇਣੀ ਜੀ ਕਹਿੰਦੇ ਕਿ ਇਹਨੇ ਆਪਣੇ ਜੀਵਨ ਅੰਦਰ ਜਦੋਂ ਜਪ ਤਪ ਸੰਜਮ ਛੱਡ ਦਿੱਤਾ, ਮਤ ਕਰਕੇ ਰਾਮ ਨੂੰ ਆਰਾਧਨਾ ਛੱਡ ਦਿੱਤਾ, ਉਦੋਂ ਇਹਦੇ ਜੀਵਨ ਵਿੱਚ ਫਿਰ ਕਾਮਨਾਵਾਂ ਨੇ ਉਵਾਲੇ ਮਾਰੇ। ਉਛਲੀ ਕਾਮਨਾ, ਕਾਮ ਵਾਸ਼ਨਾ ਉਛਲੀ ਤੇ ਭੈੜੀ ਮੱਤ ਦਾ ਇਹਨੇ ਆਪਣੀ ਦਾ ਪ੍ਰਗਟਾਵਾ ਕੀਤਾ, ਤਾਂ ਆਣ ਸ਼ਕਤ ਗਲ ਬੰਨ੍ਹਿਆ। ਫਿਰ ਕਈ ਤਰ੍ਹਾਂ ਦੇ ਬੰਧਨਾਂ ਦੇ ਵਿੱਚ ਇਹ ਵੱਜ ਜਾਂਦਾ ਹੈ। ਵਿਕਾਰਾਂ ਦੀ ਫਾਹੀ ਵਿੱਚ ਕਹਿ ਲਓ, ਵਿਕਾਰਾਂ ਦੇ ਬੰਧਨਾਂ ਵਿੱਚ ਕਹਿ ਲਓ, ਇਹ ਜੀਵ ਬੰਨਿਆ ਜਾਂਦਾ ਹੈ। ਇਸ ਕਰਕੇ ਮਨੁੱਖਾ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਚਿੰਤਨ ਵਿੱਚ ਜੁੜਨਾ ਕਰ, ਤਾਂ ਜੋ ਇਹਨਾਂ ਵਾਸ਼ਨਾਵਾਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਪਰਮੇਸ਼ਵਰ ਨਾਲ ਤੇਰੀ ਪ੍ਰੀਤ ਬਣ ਜਾਏ। ਸਾਹਿਬ ਅੱਗੇ ਨਿਤਾ ਪ੍ਰਤੀ ਅਰਜ਼ੋਈ ਤੇ ਅਰਦਾਸ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ।
ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜਪ ਤਪ ਸੰਜਮ ਛੋੜ ਸੁਕ੍ਰਿਤ, ਮਤ ਰਾਮ ਨਾਮ ਨਾ ਅਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ, ਤਉ ਆਨ ਸਕਤ ਗਲ ਬੰਧਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।